ਸਤਿਗੁਰ ਆਇਓ ਸਰਨ ਤੁਹਾਰੀ। ਸਤਿਗੁਰ ਆਇਓ ਸਰਨ ਤੁਹਾਰੀ। ਮਿਲੈ ਸੂਖ ਨਾਮ ਹਰਿ ਸੋਭਾ। चिंता लाहे हमारी। अवर ना सूझै दूजी ठहर। हार परयो तो द्वारी। लेखा छोड़ अलेखै छूटै। हम निर्गुण लेहो उबारी। सद बख्शिंद सदा मेहरबाना। सबना दे आधारी। नानक दास संत पाछै परयो। राख लेहो एह बारी। डंडौत बंधन अनक बार। सर्ब कला समरथ। डोलन ते रखो प्रभु। नानक दे कर हथ। डोलन ते रखो प्रभु। नानक दे कर हथ। जो तो प्रेम खिलन का चाओ। सिर धर तली गली मेरी आओ। इत मार्ग पैर तरीजै। सिर दीजै कान ना कीजै। सिर दीजै कान ना कीजै। जुगो जुग अटल। चवर छतर तख्त दे मालक ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਦੇ ਸਦਕਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵੱਲੋਂ ਜੋ ਹਰ ਮਹੀਨੇ ਜੋ ਇਹ ਮਹੀਨਾਵਾਰ ਸਮਾਗਮ ਚੱਲਦਾ ਹੈ, ਸੋ ਆਪਾਂ ਸਾਰੇ ਸੰਗਤ ਰੂਪ ਦੇ ਵਿੱਚ ਹਾਜ਼ਰੀ ਭਰਦੇ ਹਾਂ। ਅੱਜ ਵੀ ਸਤਿਗੁਰਾਂ ਦੀ ਰਹਿਮਤ ਤੇ ਸਦਕਾ ਆਪਾਂ ਨੇ ਸਤਿਗੁਰਾਂ ਜੀ ਦੀ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ। ਹੁਣ ਆਪਾਂ ਕੁਝ ਸਮਾਂ ਸਤਿਗੁਰਾਂ ਦੀ ਰਹਿਮਤ ਦੇ ਸਦਕਾ ਹੀ ਸ਼ਬਦ ਦੀ ਵਿਚਾਰ ਵਿੱਚ ਜੁੜਨਾ ਹੈ। ਹਾਲਾਂਕਿ ਮੈਂ ਇਹ ਸੋਚ ਕੇ ਆਇਆ ਸੀ ਵੀ ਆਪਾਂ ਸਿਮਰਨ ਦੀਆਂ ਬਾਤਾਂ ਪਾਵਾਂਗੇ, ਪਰ ਹੁਣੇ ਵੀਰ ਜੀਆਂ ਨੇ ਮੈਨੂੰ ਹੁਕਮ ਲਾਇਆ ਹੈ ਕਿ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਵੀ ਯਾਦ ਕਰਨਾ ਹੈ। ਤਾਂ ਮੇਰੇ ਮਨ ਦੇ ਵਿੱਚ ਆਇਆ ਵੀ ਇਤਿਹਾਸ ਆਪਾਂ ਉਹਨਾਂ ਦਾ ਸਰਵਣ ਕੀਤਾ ਹੈ। ਅੱਜ ਕੱਲ੍ਹ ਫਿਲਮਾਂ ਦੇ ਰਾਹੀਂ ਵੀ ਬੱਚਿਆਂ ਨੇ ਸਾਂਝ ਪਾਈ ਹੈ। ਤਾਂ ਖਾਲਸਾ ਰਾਜ ਦੇ ਜਿਹੜੇ ਡੂੰਘੇ ਅਰਥ ਹੈ, ਬੰਦਾ ਸਿੰਘ ਬਹਾਦਰ ਦੇ ਜੀਵਨ ਕਾਲ ਦੇ ਜੋ ਡੂੰਘੇ ਅਰਥ ਹੈ, ਉਹਦੇ ਨਾਲ ਆਪਾਂ ਸਾਂਝ ਪਾਉਣ ਦਾ ਜਿਹੜਾ ਯਤਨ ਕਰਨਾ ਹੈ। ਔਰ ਉਸ ਜੀਵਨੀ ਦੇ ਵਿੱਚੋਂ ਪ੍ਰੈਕਟੀਕਲ ਤੌਰ 'ਤੇ ਗੁਰਮਤਿ ਸਿਧਾਂਤ ਕੀ ਸੱਚ ਨਿਕਲ ਕੇ ਆਇਆ ਹੈ, ਕੀ ਸਾਨੂੰ ਪ੍ਰੇਰਨਾ ਮਿਲੀ ਹੈ, ਉਹਦੀ ਵਿਚਾਰ ਆਪਾਂ ਨੇ ਸਾਂਝੀ ਕਰਨੀ ਹੈ। ਸਾਧ ਸੰਗਤ ਆਓ ਸਤਿਗੁਰਾਂ ਦੀ ਬਖਸ਼ੀ ਫਤਿਹ ਵਿੱਚ ਹਾਜ਼ਰੀ ਭਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਦਾ ਸਾਧ ਸੰਗਤ ਪੰਥ ਬਹੁਤ ਨਿਰਾਲਾ ਹੈ। ਗੁਰੂ ਸਾਹਿਬ ਜੀ ਨੇ ਸਾਨੂੰ
ਨਿਰਾਲੀ ਸਿੱਖਿਆ, ਨਿਰਾਲਾ ਉਪਦੇਸ਼ ਦਿੱਤਾ ਹੈ। ਔਰ ਜਦੋਂ ਸਤਿਗੁਰੂ ਜੀ ਦਾ ਉਪਦੇਸ਼ ਪੜ੍ਹਦੇ ਹਾਂ ਤੇ ਤਾਂ ਹੀ ਤਾਂ ਉਹ ਬਚਨ ਹਿਰਦੇ ਵਿੱਚ ਨਿਕਲਦੇ ਆ ਨਾ। ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਐਸੇ ਨਿਰਾਲੇ ਉਪਦੇਸ਼ ਅੱਗੇ ਹੀ ਮਸਤਕ ਸ਼ਾਇਦ ਉਹਨਾਂ ਭੱਟ ਸਾਹਿਬਾਨਾਂ ਦਾ ਝੁਕਿਆ ਤੇ ਉਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਾਹਮਣੇ ਖਲੋ ਕੇ ਉਚਾਰਦੇ ਪਏ ਨੇ, ਇੱਕ ਮਨ ਪੁਰਖ ਧਿਆਏ ਬਰਦਾਤਾ, ਸੰਤ ਸਹਾਰ ਸਦਾ ਵਿਖਿਆਤਾ, ਤਾਸ ਚਰਨ ਲੈ ਹਿਰਦੈ ਬਸਾਵੋ, ਤਉ ਪਰਮ ਗੁਰੂ ਨਾਨਕ ਗੁਣ ਗਾਵੋ। ਗਾਵੋ ਗੁਣ ਪਰਮ ਗੁਰੂ ਸੁਖ ਸਾਗਰ, ਦੁਰਤ ਨਿਵਾਰਨ ਸ਼ਬਦ ਸਰੇ, ਗਾਵਹਿ ਗੰਭੀਰ ਧੀਰ ਮਤ ਸਾਗਰ, ਜੋਗੀ ਜੰਗਮ ਧਿਆਨ ਧਰੇ, ਗਾਵਹਿ ਇੰਦਰਾਦ ਭਗਤ ਪ੍ਰਹਿਲਾਦਕ, ਆਤਮ ਰਸ ਜਿਹ ਜਾਣਿਓ, ਕਬ ਕਲ ਸੁਜਸ ਗਾਵੋ ਗੁਰੂ ਨਾਨਕ, ਰਾਜ ਜੋਗ ਜਿਨ ਮਾਨਿਓ। ਉਸ ਨਿਰਾਲੇ ਉਪਦੇਸ਼ ਨੂੰ ਹੀ ਯਾਦ ਕੀਤਾ ਤੇ ਮੁਖੋਂ ਨਿਕਲਿਆ, ਸਤਿਗੁਰ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ, ਅੰਗਦ ਅਨੰਤ ਮੂਰਤ ਨਿਜ ਧਾਰੀ, ਅਗਮ ਗਿਆਨ ਰਸ ਰਸਿਓ ਹਿਓ, ਗੁਰ ਅਮਰਦਾਸ ਕਰਤਾਰ ਕੀਓ ਵਸ, ਵਾਹੋ ਵਾਹੋ ਕਰ ਧਿਆਇਓ, ਸ੍ਰੀ ਗੁਰੂ ਰਾਮਦਾਸ ਜਯੋ ਜੈ, ਜਗ ਮਹਿ ਤੈ ਹਰ ਪਰਮ ਪਦ ਪਾਇਓ। ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵ ਲਾਈ, ਤਾਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿਨ ਸ਼ਬਦ ਸੁਰਤ ਕੀ ਨੀਮ ਰਖਾਈ, ਗੁਰ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜੀ ਕਛ ਕਹੀ ਨਾ ਜਾਈ, ਸੋਢੀ ਸ੍ਰਿਸ਼ਟ ਸਕਲ ਤਾਰਨ ਕੋ, ਅਬ ਗੁਰ ਰਾਮਦਾਸ ਕੋ ਮਿਲੀ ਵਡਾਈ। ਜਿਹ ਸਤਿਗੁਰ ਸਿਮਰੰਥ ਨੈਣ ਕੇ ਤਿਮਰ ਮਿਟੈ ਖਿਨ, ਜਿਹ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋ ਦਿਨ, ਜਿਹ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ, ਜਿਹ ਸਤਿਗੁਰ ਸਿਮਰੰਤ ਰਿੱਧ ਸਿੱਧ ਨਵ ਨਿਧ ਪਾਵੈ, ਸੋਈ ਰਾਮਦਾਸ ਗੁਰ ਬਲ ਭਨ, ਸਭ ਸੰਗਤ ਧਨ ਧਨ ਕਰੋ, ਜਿਤ ਸਤਿਗੁਰ ਮਿਲ ਪ੍ਰਭ ਪਾਈਐ, ਸੋ ਸਤਿਗੁਰ ਸਿਮਰੋ ਨਰੋ। ਬਚਨ ਬਹੁਤ ਮਿਲਦੇ ਨੇ ਗੁਰਬਾਣੀ ਦੇ ਵਿੱਚ। ਆਰੰਭ ਦੇ ਵਿੱਚ ਮੈਂ ਗੁਰਬਾਣੀ ਨਾਲ ਸਾਂਝ ਤਾਂ ਪਾਈ ਸਤ ਸੰਗਤ, ਹਿਰਦਾ ਥੋੜ੍ਹਾ ਬਣਾ ਲਈਏ ਆਪਾਂ ਕਿ ਗੁਰਬਾਣੀ ਨਾਲ ਸਾਂਝ ਪਾਉਣੀ ਹੈ। ਆਪਾਂ ਗੁਰਬਾਣੀ ਵਾਲਾ ਹਿਰਦਾ ਬਣਾਈਏ ਸਤ ਸੰਗਤ। ਇੱਕ ਨਿਰਾਲਾ ਸਿਧਾਂਤ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਦਿੱਤਾ ਹੈ। ਆਪਾਂ ਸਾਰੇ ਜਾਣਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਉਪਦੇਸ਼ ਮੁਤਾਬਕ ਸਾਨੂੰ ਜਿੱਥੇ ਸਤਿਗੁਰੂ ਜੀ ਨੇ ਪਰਮਾਤਮਾ ਦੀ ਯਾਦ ਨਾਲ ਜੋੜਿਆ, ਨਾਮ ਨਾਲ ਜੋੜਿਆ, ਉਸ ਤੋਂ ਪਹਿਲਾਂ ਮੇਰੇ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਕਿਰਤ ਕਰਨ ਦਾ ਹੈ। ਕਿਰਤ ਕਰਨੀ ਹੈ ਤੇ ਨਾਲ ਨਾਮ ਜਪਣਾ ਹੈ, ਤੇ ਜੋ ਕਿਰਤ ਕਰਕੇ ਆ ਕਮਾਇਆ ਹੈ, ਜੋ ਨਾਮ ਜਪ ਕੇ ਕਮਾਇਆ, ਫਿਰ ਉਹਨੂੰ ਵੰਡ ਕੇ ਛਕਣਾ ਹੈ। ਭਾਵੇਂ ਉਹ ਕਿਰਤ ਦੀ ਕਮਾਈ ਹੈ ਤੇ ਭਾਵੇਂ ਉਹ ਨਾਮ ਦੀ ਕਮਾਈ ਹੈ, ਦੋਨਾਂ ਨੂੰ ਵੰਡ ਕੇ ਛਕਣਾ ਹੈ। ਆਮ ਤੌਰ 'ਤੇ ਮੈਂ ਇਸ ਸਿਧਾਂਤ ਨੂੰ ਵਾਰ-ਵਾਰ ਨਿਰਾਲਾ ਕਿਉਂ ਕਹਿ ਰਿਹਾ, ਇਹ ਥੋੜ੍ਹੀ ਜਿਹੀ ਭੂਮਿਕਾ ਸਮਝਿਓ ਸਾਧ ਸੰਗਤ। ਆਪਾਂ ਲੈ ਕੇ ਆਉਣਾ ਹੈ ਵੀ ਉਸ ਖਾਲਸੇ ਰਾਜ ਦੇ ਗਹਿਰੇ ਭਾਵ, ਵੀ ਇੱਕ ਪਾਸੇ ਆਹ ਕੁਝ ਸਿਖਾਇਆ ਜਾਂਦਾ ਸੀ ਵੀ ਫਕੀਰ ਤਾਂ ਉਹੀ ਹੁੰਦਾ ਜਿਹੜਾ ਸਭ ਕੁਝ ਤਿਆਗ ਕੇ ਬੈਠਾ ਇੱਕ ਕੱਖਾਂ ਦੀ ਕੁੱਲੀ ਦੇ ਵਿੱਚ, ਪਰ ਇੱਕ ਪਾਸੇ ਅਰਦਾਸ ਦੇ ਵਿੱਚ ਸਾਡੇ ਰੋਜ਼ ਨਾਅਰੇ ਲੱਗਦੇ ਆ ਕਿ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਹੁਣ ਫਕੀਰ ਰਾਜ ਕਰਨ ਦੀਆਂ ਖੁਆਇਸ਼ਾਂ ਲੈਂਦੇ ਪਏ ਨੇ। ਇੱਕ ਪਾਸੇ ਇਹ ਦਿਖਾਇਆ ਗਿਆ ਸਮਾਜ ਨੂੰ ਵੀ ਧਰਮੀ ਬੰਦੇ ਤਾਂ ਬਸ ਆਮ ਜੇ ਪਾਟੇ ਕੱਪੜੇ ਸਾਦੇ ਜੇ ਰਹਿਣ ਵਾਲੇ, ਤੇ ਇੱਕ ਪਾਸੇ ਉਹ ਕਲਗੀਆਂ ਵਾਲਾ ਪਾਤਸ਼ਾਹ, ਬਾਜਾਂ ਵਾਲਾ ਪਾਤਸ਼ਾਹ, ਫੌਜਾਂ ਵਾਲਾ ਪਾਤਸ਼ਾਹ, ਘੋੜਿਆਂ ਤੇ ਹਾਥੀਆਂ ਵਾਲਾ ਪਾਤਸ਼ਾਹ। ਇਹ ਕੀ ਨਿਰਾਲਾ ਸਿਧਾਂਤ ਹੈ ਮੇਰੇ ਸਤਿਗੁਰੂ ਜੀ ਦਾ। ਖਾਲਸਾ ਰਾਜ ਅਸੀਂ ਵੇਖਿਆ ਕਦੀ ਬੰਦਾ ਸਿੰਘ ਬਹਾਦਰ ਦੇ ਰਾਜ ਵਿੱਚ, ਕਦੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ। ਹਾਲਾਂਕਿ ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਸਿੱਖ ਰਾਜ ਤਾਂ ਗੁਰੂ ਨਾਨਕ ਸਾਹਿਬ ਦੇ ਵੇਲੇ ਹੀ ਆ ਗਿਆ ਸੀ, ਜਦੋਂ, ਕਿਉਂਕਿ ਜਿਸ ਦੇਸ਼ ਦਾ ਰਾਜਾ ਹੀ ਸਿੱਖ ਹੋ ਜਾਵੇ ਉਹ ਸਮਝੋ ਸਿੱਖ ਰਾਜ ਹੀ ਹੈ ਨਾ। ਗੁਰੂ ਨਾਨਕ ਸਾਹਿਬ ਸ਼੍ਰੀਲੰਕਾ ਗਏ ਤੇ ਉੱਥੋਂ ਦਾ ਰਾਜਾ ਹੀ ਸਿੱਖ ਬਣ ਗਿਆ। ਸੰਗਲਾ ਦੀਪ ਦਾ ਦੇਸ਼ ਦਾ ਰਾਜਾ ਸਿੱਖ ਰਾਜ ਆ ਗਿਆ, ਜਿੱਥੋਂ ਦਾ ਰਾਜਾ ਹੀ ਸਿੱਖ ਹੋ ਗਿਆ ਤੇ ਸਿੱਖੀ ਸਿਧਾਂਤਾਂ ਮੁਤਾਬਕ ਚੱਲਣ ਲੱਗ ਗਿਆ, ਸਿੱਖ ਰਾਜ ਤਾਂ ਆ ਗਿਆ। ਪਰ ਆਮ ਤੌਰ 'ਤੇ ਅਸੀਂ ਖਾਲਸਾ ਰਾਜ ਜਿਹੜਾ ਇੱਕ ਬੰਦਾ ਸਿੰਘ ਬਹਾਦਰ ਦਾ ਮੰਨਦੇ ਹਾਂ, ਮਹਾਰਾਜਾ ਰਣਜੀਤ ਸਿੰਘ ਦਾ ਮੰਨਦੇ ਹਾਂ। ਇਸ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਇਹ ਮਨੌਤ ਸੀ ਔਰ ਇਹ ਵਰਤਾਰਾ ਸੀ ਸੰਸਾਰ ਦੇ ਵਿੱਚ ਕਿ ਜਾਂ ਤਾਂ ਕੋਈ ਪਦਾਰਥ ਨੂੰ ਖੋਜਣ ਨਿਕਲ ਗਿਆ ਜਾਂ ਕੋਈ ਰੱਬ ਨੂੰ ਖੋਜਣ ਨਿਕਲ ਗਿਆ।
ਇੱਕ ਪਾਸੇ ਉਹ ਲੋਕ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸਿਰਫ ਤੇ ਸਿਰਫ ਪਦਾਰਥ ਕਮਾਇਆ, ਪਦਾਰਥ ਤੋਂ ਬਿਨਾਂ ਹੋਰ ਕੁਝ ਨਹੀਂ ਕਮਾਇਆ, ਤੇ ਇੱਕ ਪਾਸੇ ਉਹ ਜਿਨ੍ਹਾਂ ਨੇ ਸਿਰਫ ਤੇ ਸਿਰਫ ਪਰਮਾਤਮਾ ਨੂੰ ਦੀ ਬੰਦਗੀ ਹੀ ਕਮਾਉਣ ਦਾ ਯਤਨ ਕੀਤਾ, ਪਦਾਰਥ ਨੂੰ ਪਾਸੇ ਕਰ ਦਿੱਤਾ ਹੈ। ਤੇ ਜਦੋਂ ਅਸੀਂ ਗੁਰਬਾਣੀ ਪੜ੍ਹਦੇ ਆ ਨਾ ਤਾਂ ਇੰਜ ਅਹਿਸਾਸ ਹੁੰਦਾ ਹੈ ਵੀ ਅਧੂਰੇ ਦੋਨੋਂ ਹੀ ਸੀ। ਹੁਣ ਤੁਸੀਂ ਕਹੋਗੇ ਵੀ ਚਲੋ ਜਿੰਨੇ ਸਾਰੀ ਜ਼ਿੰਦਗੀ ਪਦਾਰਥਾਂ 'ਚ ਲਾਈ ਉਹ ਤਾਂ ਅਧੂਰੇ ਸੀ, ਜਿਹੜੇ ਰੱਬ ਨੂੰ ਖੋਜਣ ਨਿਕਲੇ, ਕੇਵਲ ਰੱਬ ਨੂੰ ਖੋਜਣ ਨਿਕਲੇ, ਉਹ ਵੀ ਅਧੂਰੇ। ਇਹ ਕਿਸ ਤਰ੍ਹਾਂ ਹੋਇਆ ਫਿਰ? ਇਹ ਕੀ ਗੱਲ ਹੋਈ? ਇਹਨੂੰ ਥੋੜ੍ਹਾ ਜਿਹਾ ਸਮਝਿਓ ਸਾਧ ਸੰਗਤ। ਜਿਹੜੇ ਕੇਵਲ ਤੇ ਕੇਵਲ ਪਦਾਰਥ ਖੋਜਣ ਨਿਕਲੇ ਉਹ ਵੀ ਅਧੂਰੇ, ਤੇ ਜਿਨ੍ਹਾਂ ਨੇ ਪਦਾਰਥਾਂ ਨੂੰ ਇੱਕ ਪਾਸੇ ਕਰ ਦਿੱਤਾ, ਕਹਿੰਦੇ ਵੀ ਇਹ ਕੁਝ ਨਹੀਂ ਚਾਹੀਦਾ, ਇਹ ਤਾਂ ਮਾਇਆ ਹੈ, ਛੱਡ ਦੇਣੀ ਆ, ਪਦਾਰਥ ਨਹੀਂ ਚਾਹੀਦੇ, ਸ਼ੌਹਰਤ ਦੌਲਤ ਨਹੀਂ ਚਾਹੀਦੀ, ਪਾਸੇ ਹੋ ਜਾਓ, ਬੈਠ ਜਾਓ ਜੰਗਲਾਂ ਦੇ ਵਿੱਚ, ਤੇ ਬਸ ਆਹੀ ਕੁਝ ਚਾਹੀਦਾ। ਹਾਲਾਂਕਿ ਉਹਨਾਂ ਦੀ, ਮੈਂ ਸੋਚਦਾ ਹੁੰਦਾ, ਭਾਵਨਾ ਉਹਨਾਂ ਦੀ ਵੀ ਨਿਰਮਲ ਸੀ। ਰੱਬ ਨੂੰ ਜਿਹੜੇ ਖੋਜਣ ਨਿਕਲੇ ਆ ਉਹ ਘੱਟੋ ਘੱਟ ਪਦਾਰਥ ਕਮਾਉਣ ਵਾਲਿਆਂ ਤੋਂ ਤਾਂ ਨਿਰਮਲ ਹੀ ਨੇ, ਕਿਉਂਕਿ ਕਿਹਦਾ ਜੀ ਕਰਦਾ ਹੈ, ਭਾਵੇਂ ਉਹ ਰਸਤਾ ਉਹਨਾਂ ਨੇ ਕੋਈ ਵੀ ਚੁਣ ਲਿਆ, ਰਸਤਾ ਗਲਤ ਸੀ ਭਾਵੇਂ, ਪਰ ਕਿਹਦਾ ਜੀ ਕਰਦਾ ਵੀ ਕਿੰਨੇ ਕਿੰਨੇ ਸਾਲ ਇੱਕੋ ਲੱਤ ਤੇ ਖੜੇ ਰਹਿਣਾ? ਖੜ ਜਾਓਗੇ ਤੁਸੀਂ? ਬੜਾ ਸੌਖਾ ਜੀ ਕਹਿ ਦੇਣਾ ਜੀ ਇਹ ਐਵੇਂ ਹੀ ਤੁਰੇ ਫਿਰਦੇ ਸੀ ਜੀ, ਜੰਗਲਾਂ ਵਿੱਚ ਜਾ ਕੇ ਤਪ ਕਰਦੇ ਆ। ਤੇ ਕਈ ਵਾਰੀ ਵਿਦਵਾਨ ਸੱਜਣ ਵਿਚਾਰ ਕਰਦੇ ਹੁੰਦੇ ਵੀ ਤੁਸੀਂ ਕਰਕੇ ਵੇਖ ਲਓ, ਫਿਰ ਕਈ ਸਾਲ ਖੜ ਕੇ ਵੇਖੋ ਇੱਕ ਲੱਤ ਤੇ, ਕਈ ਸਾਲ ਅੰਨ ਤੋਂ ਬਿਨਾਂ ਗੁਜ਼ਾਰਾ ਕਰਕੇ ਦੇਖੋ। ਇਹਦਾ ਮਤਲਬ ਵੀ ਉਹਨਾਂ ਦੇ ਭਾਵਨਾ ਤਾਂ ਕੋਈ ਹੈ ਸੀ ਉਹਨਾਂ ਦੇ ਅੰਦਰ, ਬਸ ਰਸਤਾ ਨਹੀਂ ਮਿਲਿਆ ਉਹਨਾਂ ਨੂੰ, ਕੋਈ ਰਾਹ ਦਿਖਾਉਣ ਵਾਲਾ ਨਹੀਂ ਉਹਨਾਂ ਨੂੰ ਮਿਲਿਆ। ਐਵੇਂ ਇੰਨੇ ਭੰਬਲ ਭੂਸਿਆਂ 'ਚ ਪੈ ਕੇ ਗੱਲ ਹੋਰ ਢੰਗ ਨਾਲ ਵੀ ਬਣ ਸਕਦੀ ਸੀ, ਪਰ ਉਹਨਾਂ ਦੀ ਭਾਵਨਾ ਇਹ ਸੀ। ਪਰ ਗੁਰੂ ਸਾਹਿਬ ਕਹਿੰਦੇ ਅਧੂਰੇ ਦੋਨੋਂ ਹੀ ਨੇ। ਪਦਾਰਥ ਖੋਜਣ ਵਾਲਾ, ਕੇਵਲ ਪਦਾਰਥ ਖੋਜਣ ਵਾਲਾ ਅਧੂਰਾ ਇਸ ਕਰਕੇ ਸੀ, ਉਹਨੂੰ ਗੁਰਬਾਣੀ ਕਹਿੰਦੀ ਆ 100 ਉਲਾਮੇ ਦਿਨਹਿ ਕੇ ਰਾਤੀ ਮਿਲਣ ਸਹੰਸ, ਸਿਫਤ ਸਲਾਹਨ ਛੱਡ ਕੇ ਕੁਰੰਗੀ ਲੱਗਾ ਹੰਸ। ਆਮ ਤੌਰ ਤੇ ਤੁਸੀਂ ਦੇਖੋ ਬਗਲਿਆਂ ਦਾ ਕੰਮ ਹੁੰਦਾ ਹੈ ਗੰਦ ਚੁਗਣਾ, ਪਰ ਹੰਸ ਦਾ ਕੰਮ ਗੰਦ ਚੁਗਣਾ ਨਹੀਂ ਹੁੰਦਾ। ਇਹ ਮਨੌਤ ਆ ਵੀ ਹੰਸ ਮੋਤੀ ਚੁਗਦਾ ਹੈ, ਪਰ ਜਿਹੜਾ ਹੰਸ ਮੋਤੀ ਚੁਗਦਾ ਹੈ ਕਿਤੇ ਉਹ ਬਗਲਿਆਂ ਦੇ ਕੋਲ ਆ ਕੇ ਬੈਠ ਜਾਵੇ ਤੇ ਜਿਹੜੇ ਕੰਮ ਬਗਲੇ ਕਰਦੇ ਪਏ ਨੇ ਉਹੀ ਕੰਮ ਹੰਸ ਕਰਨ ਲੱਗ ਪਵੇ, ਤੇ ਗੁਰੂ ਸਾਹਿਬ ਕਹਿੰਦੇ ਉਸ ਹੰਸ ਨੂੰ ਉਲਾਮੇ ਮਿਲਦੇ ਨੇ। ਫਿਰ 100 ਉਲਾਮੇ ਦਿਨੇ ਕੇ ਰਾਤੀ ਮਿਲਣ ਸਹੰਸ, ਸਿਫਤ ਸਲਾਹਨ ਛੱਡ ਕੇ ਕੁਰੰਗੀ ਲੱਗਾ ਹੰਸ, ਫਿੱਟ ਇਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੇਤ। ਉਸ ਹੰਸ ਨੂੰ ਉਲਾਮੇ ਇਸ ਕਰਕੇ ਮਿਲਦੇ ਨੇ ਕਿਉਂਕਿ ਉਹਦਾ ਕੰਮ ਮੋਤੀ ਚੁਗਣਾ ਸੀ, ਪਰ ਕਰਨ ਕੀ ਦਿਆ? ਕੇਵਲ ਗੰਦ ਚੁਗਣ ਦਿਆ। ਮਹਾਰਾਜ ਕਹਿੰਦੇ ਇਸੇ ਤਰ੍ਹਾਂ ਜਿਸ ਮਨੁੱਖ ਦਾ ਕੰਮ ਪਰਮਾਤਮਾ ਦਾ ਨਾਮ ਰੂਪੀ ਮੋਤੀ ਚੁਗਣਾ ਸੀ, ਭਾਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਜਿਹਦਾ ਕੰਮ ਆ ਸੀ, ਉਹ ਸਾਰੀ ਜ਼ਿੰਦਗੀ ਉਹਨੇ ਕੇਵਲ ਬੱਚੇ ਪਾਲਣ ਤੇ, ਪਰਿਵਾਰ ਪਾਲਣ ਤੇ, ਧਨ ਦੌਲਤ ਕਮਾਉਣ ਤੇ ਲੰਘਾ ਦਿੱਤੀ। ਉਹਨੂੰ ਉਲਾਮੇ ਇਸ ਕਰਕੇ ਮਿਲਦੇ ਨੇ। ਮਹਾਰਾਜ ਕਹਿੰਦੇ ਇਹ ਕੁਝ ਤਾਂ ਫਿਰ ਆ ਪੰਛੀਆਂ ਤੇ ਜਾਨਵਰਾਂ ਨੂੰ ਵੀ ਆਉਂਦਾ। ਤੁਸੀਂ ਦੇਖੋ ਆਲਣਾ ਪੰਛੀ ਵੀ ਬੜਾ ਸੋਹਣਾ ਪਾ ਲੈਂਦਾ ਹੈ। ਸਾਡੇ ਘਰੇ ਇੱਕ ਪੰਛੀਆਂ ਨੇ ਆਲਣਾ ਬਣਾਇਆ ਤੇ ਮੈਂ ਦੇਖ ਰਿਹਾ ਸੀ ਵੀ ਕਿਸ ਢੰਗ ਦੇ ਨਾਲ ਉਹ ਜਿਹੜੇ ਕਾਨੇ ਚੁਗ ਕੇ, ਕੱਖ ਚੁਣ ਕੇ ਉਹਦੀ ਬਣਤਰ ਬਣਾਉਂਦੇ ਨੇ। ਫਿਰ ਕਈ ਥਾਂ ਤੇ ਉਹਨਾਂ ਨੇ ਮਿੱਟੀ ਵੀ ਲਾਈ ਹੁੰਦੀ ਆ। ਇਹ ਟੈਕਨੀਕ ਉਹਨਾਂ ਨੂੰ ਕਿੱਥੋਂ ਆਈ? ਘਰ ਬਣਾਉਣ ਦੀਆਂ ਟੈਕਨੀਕਸ ਤਾਂ ਇਹਨਾਂ ਜਾਨਵਰਾਂ ਤੇ ਇਹਨਾਂ ਪੰਛੀਆਂ ਨੂੰ ਵੀ ਹੈਗੀਆਂ ਨੇ। ਬੱਚੇ ਪਾਲਣ ਬਾਰੇ, ਪਰਿਵਾਰ ਪਾਲਣ ਬਾਰੇ ਇਹ ਤਾਂ ਪੰਛੀਆਂ ਨੂੰ ਵੀ ਪਤਾ ਹੈ। ਇਹ ਸਾਰੀ ਟੈਕਨੀਕ ਸੇ ਸਾਰੀ ਸਮਝ ਤਾਂ ਪਰਮਾਤਮਾ ਨੇ ਪੰਛੀਆਂ ਨੂੰ ਵੀ ਦਿੱਤੀ ਆ, ਜਾਨਵਰਾਂ ਨੂੰ ਵੀ ਦਿੱਤੀ ਆ। ਪਰ ਮਹਾਰਾਜ ਕਹਿੰਦੇ ਜਿੰਦਾ ਕੰਮ ਉਹਨਾਂ ਤੋਂ ਇਲਾਵਾ ਕੁਝ ਹੋਰ ਵੀ ਸੀ। ਉਹਨਾਂ ਨੇ ਸਾਰੀ ਜ਼ਿੰਦਗੀ ਕਰਤੂਤਾਂ ਕੇਵਲ ਤੇ ਕੇਵਲ ਜਾਨਵਰਾਂ ਵਾਲੀਆਂ ਹੀ ਕੀਤੀਆਂ, ਮਨੁੱਖਾਂ ਵਾਲਾ ਕੋਈ ਕੰਮ ਹੀ ਨਹੀਂ ਕੀਤਾ। ਤੇ ਉਲਾਮੇ ਤਾਂ ਫਿਰ ਉਹਨੂੰ ਵੀ ਮਿਲਣੇ ਹੀ ਆ ਨਾ। 100 ਉਲਾਮੇ ਦਿਨਹਿ ਕੇ ਰਾਤੀ ਮਿਲਣ ਸਹੰਸ, ਸਿਫਤ ਸਲਾਹਨ ਛੱਡ ਕੇ ਕੁਰੰਗੀ ਲੱਗਾ ਹੰਸ, ਫਿੱਟ ਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੇਤ। ਉਹਨੂੰ ਮਹਾਰਾਜ ਨੇ ਬੋਲ ਕੇ ਕਿਹਾ ਤ੍ਰਿਗੰਤ ਮਾਤ ਪਿਤਾ ਸਨੇਹੰ, ਤ੍ਰਿਗ ਸਨੇਹੰ ਭਰਾਤ ਬੰਧ ਵਹਿ, ਤ੍ਰਿਗ ਸਨੇਹੰ ਬਣਤਾ ਬਿਲਾਸ ਸੁਤ ਹੈ, ਤ੍ਰਿਗ ਸਨੇਹੰ ਗਿਰਹਾਰਥ ਕਹਿ, ਸਾਧ ਸੰਗ ਸਨੇਹ ਸਤਯੰ ਸੁਖਯੰ ਬਸੰਤ ਨਾਨਕ ਹੈ। ਤਿਰਕਾਰ ਹੈ ਉਹਦੇ ਜੀਵਨ ਤੇ ਤਿਰਕਾਰ ਹੈ ਐਸੇ ਮੋਹ ਤੇ ਜਿਹਨੇ ਸਾਰਾ ਜੀਵਨ ਕੇਵਲ ਪਰਿਵਾਰ ਹੀ ਪਾਲਿਆ, ਇਸ ਤੋਂ ਵੱਧ ਕੇ ਕੁਝ ਵੀ ਨਹੀਂ ਕੀਤਾ। ਹੁਣ ਕੇਵਲ ਤੇ ਕੇਵਲ ਪਦਾਰਥ ਖੋਜਣ ਵਾਲੇ ਵੀ ਅਧੂਰੇ ਨੇ।
ਔਰ ਪਦਾਰਥ ਖੋਜਣ ਵਾਲਿਆਂ ਦੀ ਬੜੀ ਵੱਡੀ ਗਿਣਤੀ ਮਿਲਦੀ ਆ ਸਾਨੂੰ, ਤੇ ਬੜੇ ਵੱਡੇ ਵੱਡੇ ਨਾਮਵਰ ਪਦਾਰਥ ਕਮਾਉਣ ਵਾਲੇ ਸਾਨੂੰ ਮਿਲੇ ਨੇ। ਇੱਥੇ ਇਤਿਹਾਸ ਜਿੱਥੇ ਨਾਮ ਕਮਾਉਣ ਵਾਲਿਆਂ ਦਾ ਆਇਆ ਨਾ, ਉੱਥੇ ਪਦਾਰਥ ਕਮਾਉਣ ਵਾਲਿਆਂ ਨੇ ਵੀ ਇਤਿਹਾਸ ਵਿੱਚ ਆਪਣੀ ਜਗ੍ਹਾ ਬਣਾਈ ਹੈ। ਸਿਕੰਦਰ ਨੂੰ ਵੀ ਇਤਿਹਾਸ ਯਾਦ ਕਰ ਲੈਂਦਾ, ਜਹਾਂਗੀਰ ਤੇ ਔਰੰਗਜ਼ੇਬ ਨੂੰ ਵੀ ਇਤਿਹਾਸ ਯਾਦ ਕਰ ਲੈਂਦਾ। ਜਿਨ੍ਹਾਂ ਨੇ ਪਦਾਰਥਕ ਤੌਰ 'ਤੇ ਖੋਜਾਂ ਕੀਤੀਆਂ, ਇਤਿਹਾਸ ਉਹਨਾਂ ਨੂੰ ਵੀ ਯਾਦ ਕਰ ਲੈਂਦਾ, ਤੇ ਸਕੂਲਾਂ ਦੇ ਵਿੱਚ ਕਿਤਾਬਾਂ ਦੇ ਵਿੱਚ ਉਹਨਾਂ ਨੂੰ ਪੜ੍ਹਾਇਆ ਵੀ ਜਾਂਦਾ। ਇਹਦਾ ਮਤਲਬ ਵੀ ਪਦਾਰਥ ਕਮਾਉਣ ਵਾਲਿਆਂ ਨੇ ਵੀ ਇਤਿਹਾਸ ਵਿੱਚ ਆਪਣੀ ਜਗ੍ਹਾ ਤਾਂ ਬਣਾਈ ਹੈ। ਪਰ ਗੁਰੂ ਸਾਹਿਬ ਕਹਿੰਦੇ ਕੀ ਖੱਟ ਲਿਆ, ਅਧੂਰੇ ਜੇ ਤੁਸੀਂ। ਹੁਣ ਇਹਨੂੰ ਥੋੜ੍ਹਾ ਜਿਹਾ ਸੌਖੇ ਢੰਗ ਨਾਲ ਸਮਝੀਏ। ਅਸੀਂ ਬੱਚੇ ਪੜ੍ਹਨ ਭੇਜਦੇ ਹਾਂ, ਮੰਨ ਲਓ ਸਾਡੇ ਕੋਈ ਬੱਚੇ ਬਾਹਰ ਪੜ੍ਹਨ ਗਏ ਆ, ਹੁਣ ਮਕਸਦ ਉਹਨਾਂ ਦਾ ਉੱਥੇ ਜਾ ਕੇ ਪੜ੍ਹਨਾ ਸੀ, ਕਿਉਂਕਿ ਤੁਸੀਂ ਕਹੋਗੇ ਵੀ ਕੇਵਲ ਪਰਿਵਾਰ ਪਾਲਣਾ ਫਿਰ ਗੁਨਾਹ ਹੋ ਗਿਆ ਹੈ, ਬੱਚੇ ਪਾਲਣਾ, ਪਦਾਰਥ ਕਮਾਉਣਾ, ਨੌਕਰੀਆਂ ਲੈਣਾ ਫਿਰ ਗੁਨਾਹ ਹੋ ਗਿਆ। ਮਹਾਰਾਜ ਕਹਿੰਦੇ ਨਹੀਂ, ਗੁਨਾਹ ਕੀ ਹੈ? ਬੱਚੇ ਮੰਨ ਲਓ ਪੜ੍ਹਨ ਗਏ, ਤੁਸੀਂ ਸਕੂਲੇ ਪੜ੍ਹਨ ਭੇਜਿਆ ਜਾਂ ਕਿਸੇ ਜਗ੍ਹਾ 'ਤੇ ਬੱਚਿਆਂ ਨੇ ਕਾਲਜ ਦੇ ਵਿੱਚ ਪੜ੍ਹਨ ਜਾਣਾ ਹੈ, ਹੁਣ ਜਿੱਥੇ ਪੜ੍ਹਨ ਗਿਆ ਹੈ ਉੱਥੇ ਰਹਿਣ ਦਾ ਪ੍ਰਬੰਧ ਤਾਂ ਕਰਨਾ ਹੀ ਪੈਣਾ। ਹੁਣ ਫੁੱਟਪਾਥ 'ਤੇ ਥੋੜ੍ਹਾ ਸੌਣਾ ਬੱਚੇ ਨੇ, ਰਹਿਣ ਦਾ ਪ੍ਰਬੰਧ ਤਾਂ ਕਰਨਾ ਹੀ ਪੈਣਾ ਹੈ ਨਾ, ਖਾਣੇ ਦਾ ਪ੍ਰਬੰਧ ਤਾਂ ਕਰਨਾ ਹੀ ਪੈਣਾ ਹੈ, ਕਾਲਜ ਵਿੱਚ ਜਾਣਾ ਹੈ, ਵਹੀਕਲ ਦਾ ਪ੍ਰਬੰਧ ਤਾਂ ਕਰਨਾ ਹੀ ਪੈਣਾ ਹੈ ਨਾ। ਪਰ ਤੁਸੀਂ ਦੱਸੋ, ਜਿਹੜਾ ਬੱਚਾ 4 ਸਾਲ ਕਿਸੇ ਕਾਲਜ ਦੇ ਵਿੱਚ ਲਾ ਕੇ ਆਵੇ, ਪੀਜੀ ਵਿੱਚ ਰਹਿ ਕੇ ਆਵੇ, ਉੱਥੇ ਰਹਿ ਕੇ ਵੀ ਆਇਆ ਹੈ, ਖਾ ਪੀ ਕੇ ਵੀ ਆਇਆ ਹੈ, ਸਫ਼ਰ ਕਰਕੇ ਵੀ ਆਇਆ ਹੈ, ਪਰ ਜਿਹੜਾ ਕੰਮ ਕਰਨ ਗਿਆ ਸੀ ਫੇਲ ਹੋ ਕੇ ਆ ਗਿਆ, ਤੇ ਘਰ ਆਏ ਨੂੰ ਕੀ ਕਹੋਗੇ ਵੀ ਮਿੱਟੀ ਕਰਕੇ ਆਇਆ 4 ਸਾਲ। ਤੇ ਅੱਗੋਂ ਬੱਚਾ ਜਵਾਬ ਦੇਵੇ ਵੀ ਐਵੇਂ ਮਿੱਟੀ ਕੀਤੀ, ਮੈਂ ਤਾਂ ਮੋਟਰਸਾਈਕਲ ਚਲਾਉਂਦਾ ਰਿਹਾ, ਮੈਂ ਤਾਂ ਕਦੀ ਫਲਾਣੀ ਚੀਜ਼ ਨਾਲ ਰੋਟੀ ਖਾਧੀ, ਤੇ ਕਦੀ ਮੈਂ ਟਿੰਡੇ ਖਾਧੇ, ਤੇ ਕਦੀ ਗੋਭੀ ਖਾਧੀ, ਮੈਂ ਸੋਹਣੇ ਏਸੀ ਵਾਲੇ ਕਮਰੇ ਵਿੱਚ ਰਹਿੰਦਾ ਰਿਹਾ, ਤੁਸੀਂ ਕਹਿੰਦੇ ਮਿੱਟੀ ਕਰਕੇ ਆਇਆ। ਉਹ ਕਹਿਣਗੇ ਭਲਿਆ ਮਿੱਟੀ ਹੀ ਕਰਕੇ ਆਇਆ, ਕਿਉਂਕਿ ਜਿਹੜੇ ਕੰਮ ਕਰਨ ਗਿਆ ਸੀ ਜੇ ਉਹ ਨਹੀਂ ਕੀਤਾ ਤੇ ਤੇਰੇ ਠਿੰਡੇ ਖਾਣ ਨੂੰ ਅਸੀਂ ਕੀ ਕਰ ਲਈਏ ਫਿਰ? ਉਹ ਤੈਨੂੰ ਘਰੇ ਖਵਾ ਦਿੰਦੇ ਅਸੀਂ। ਜੋ ਕੁਝ ਕਰਨ ਗਿਆ ਸੀ ਜੇ ਉਹ ਕਰਕੇ ਹੀ ਨਹੀਂ ਆਇਆ, ਤੂੰ ਗਿਆ ਸੀ ਪੜ੍ਹਨ, ਤੇ ਜੇ ਘੱਟੋ ਘੱਟ ਪਾਸ ਹੋਣ ਦਾ ਸਰਟੀਫਿਕੇਟ ਹੀ ਨਹੀਂ ਲੈ ਕੇ ਆਇਆ, ਤੇ ਤੇਰੇ ਆਹ ਕੁਝ ਕਰਨ ਨੂੰ ਵੀ ਅਸੀਂ ਕੀ ਕਰ ਲਈਏ? ਮਨੁੱਖ ਕਿਸੇ ਮਨੋਰਥ ਵਾਸਤੇ ਆਇਆ ਸੀ, ਤੇ ਉਹ ਮਨੋਰਥ ਹਾਸਲ ਕਰਨ ਵਾਸਤੇ ਠੀਕ ਹੈ ਸਹੂਲਤਾਂ ਦੀ ਲੋੜ ਸੀ, ਪਰ ਕੇਵਲ ਸਹੂਲਤਾਂ ਵੱਲ ਧਿਆਨ ਰਹਿ ਗਿਆ, ਪਰ ਜੋ ਕਮਾਉਣ ਆਇਆ ਸੀ ਉਹ ਕਮਾਇਆ ਹੀ ਨਹੀਂ। ਤੇ ਮਹਾਰਾਜ ਵੀ ਫਿਰ ਬੋਲ ਕੇ ਕਹਿੰਦੇ ਤੇਰੇ ਜਿਉਣ ਤੇ ਹੀ ਤਰਕਾਰ ਹੈ, ਤਰਕਾਰ ਹੈ ਤੇਰੇ ਜਿਉਣ ਤੇ, ਤੈਨੂੰ ਸਭ ਕੁਝ ਚੇਤੇ ਆ, ਬਸ ਇੱਕ ਪਰਮਾਤਮਾ ਦਾ ਨਾਮ ਚੇਤੇ ਨਹੀਂ। ਤੋ ਜਿੰਨੇ ਕੇਵਲ ਤੇ ਕੇਵਲ ਪਦਾਰਥ ਕਮਾਏ, ਮਹਾਰਾਜ ਕਹਿੰਦੇ ਉਹ ਅਧੂਰਾ ਹੈ, ਉਹ ਬਿਲਕੁਲ ਅਧੂਰਾ ਹੈ। ਤੇ ਦੂਜੇ ਪਾਸੇ ਜਿਨ੍ਹਾਂ ਨੇ ਕੇਵਲ ਤੇ ਕੇਵਲ ਪਦਾਰਥ ਪਾਸੇ ਕਰਕੇ ਜਿਨ੍ਹਾਂ ਨੇ ਯਤਨ ਕੀਤਾ ਹੈ ਕਿ ਅਸੀਂ ਕੇਵਲ ਰੱਬ ਖੋਜਣਾ ਹੈ, ਗੁਰੂ ਸਾਹਿਬ ਕਹਿੰਦੇ ਕਿਤੇ ਨਾ ਕਿਤੇ ਉਹ ਵੀ ਅਧੂਰੇ ਰਹਿ ਗਏ ਨੇ। ਹੁਣ ਇਹਦਾ ਕਾਰਨ ਕੀ? ਇਹ ਸਮਝਿਓ, ਕਿਉਂਕਿ ਉਹ ਪਦਾਰਥ ਕਮਾਉਣ ਵਾਲਾ ਅਧੂਰਾ ਹੈ, ਹਜਮ ਹੋ ਜਾਏਗਾ, ਇਹ ਗੱਲ ਥੋੜ੍ਹੀ ਹਜਮ ਕਰਨੀ ਔਖੀ ਹੈ। ਹੁਣ ਉਹ ਅਧੂਰੇ ਕਿਵੇਂ ਆ? ਕਬੀਰ ਸਾਹਿਬ ਦਾ ਮੈਂ ਇੱਕ ਬਚਨ ਪੜ੍ਹ ਰਿਹਾ ਸੀ, ਤੇ ਤੁਸੀਂ ਸ਼ਾਇਦ ਅਕਸਰ ਸੁਣਿਆ ਹੋਵੇਗਾ ਬਚਨ, ਧਿਆਨ ਦਿਓ ਸਾਧ ਸੰਗਤ ਸਾਰੇ। ਮਹਾਰਾਜ ਕਹਿੰਦੇ ਕਬੀਰ ਰੋੜਾ ਹੋਏ ਰਹੋ ਬਾਟਕਾ। ਹੁਣ ਰੱਬ ਖੋਜਣਾ ਹੈ, ਕਿਵੇਂ ਦੇ ਬਣੀਏ ਭਾਈ, ਕੀ ਕਰੀਏ ਵੀ ਰੱਬ ਮਿਲ ਜੇ? ਨਿਕਲਣ ਤਾਂ ਗਏ ਨੇ ਖੋਜਣ, ਰੱਬ ਖੋਜਣ ਗਏ ਨੇ, ਫਿਰ ਵੀ ਅਧੂਰੇ ਕਿਉਂ ਰਹਿ ਗਏ? ਕਿਉਂਕਿ ਉਹਨਾਂ ਨੂੰ ਇਹ ਸਮਝਣਾ ਜ਼ਰੂਰੀ ਸੀ ਵੀ ਰੱਬ ਖੋਜਣ ਲਈ, ਰੱਬ ਨੂੰ ਮਿਲਣ ਲਈ ਕਿਵੇਂ ਦਾ ਬਣਨਾ ਪੈਣਾ ਹੈ। ਕਬੀਰ ਸਾਹਿਬ ਕਹਿੰਦੇ ਵੀ ਪਹਿਲਾਂ ਮੈਨੂੰ ਇੰਜ ਲੱਗਿਆ ਕਿ ਰੱਬ ਨੂੰ ਮਿਲਣ ਵਾਸਤੇ ਨਾ ਰੋੜੇ ਵਰਗਾ ਬਣ ਜਾਈਏ। ਕਬੀਰ ਰੋੜਾ ਰਹੋ ਬਾਟਕਾ, ਤਜ ਮਨ ਕਾ ਅਭਿਮਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ। ਰੱਬ ਉਹਨੂੰ ਮਿਲਦਾ ਹੈ ਜਿਹਦਾ ਜੀਵਨ ਰੋੜੇ ਵਰਗਾ ਹੈ। ਰੋੜੇ ਵਰਗਾ ਕਿਉਂ? ਕਿਉਂਕਿ ਰੋੜੇ ਵਿੱਚ ਇੰਨੀ ਨਿਮਰਤਾ ਵੀ ਧਰਤੀ ਤੇ ਵੇਖੋ ਥੱਲੇ ਰਹਿੰਦਾ, ਸਭ ਦੇ ਪੈਰਾਂ ਵਿੱਚ ਰਹਿੰਦਾ, ਰੋੜੇ ਵਰਗਾ ਬਣ ਜਾਈਏ। ਪਰ ਕਬੀਰ ਸਾਹਿਬ ਕਹਿੰਦੇ ਨਹੀਂ, ਰੋੜਾ ਵੀ ਅਧੂਰਾ ਹੈ। ਕਬੀਰ ਰੋੜਾ ਹੁਆ ਤਾਂ ਕਿਆ ਭਇਆ, ਪੰਥੀ ਕੋ ਦੁੱਖ ਦੇ, ਐਸਾ ਕੋਈ ਦਾਸ ਹੋਏ ਜਿਉਂ ਧਰਨੀ ਮੈਖੇ। ਕਹਿੰਦੇ ਕੀ ਹੋਇਆ, ਧਰਤੀ ਤੇ ਨੀਵਾਂ ਰਹਿੰਦਾ, ਪਰ ਘੱਟੋ ਘੱਟ ਕਿਸੇ ਨੂੰ ਠੁੱਡਾ ਵੀ ਤਾਂ ਮਾਰਦਾ ਹੀ ਹੈ ਨਾ, ਕਈਆਂ ਨੂੰ ਦੁੱਖ ਦਿੰਦਾ। ਫਿਰ ਰੋੜਾ ਬਣ ਕੇ ਗੱਲ ਨਹੀਂ ਬਣਨੀ, ਫਿਰ ਇਹਦੇ ਤੋਂ ਕੋਈ ਸੌਫਟ ਚੀਜ਼ ਹੋਣੀ ਚਾਹੀਦੀ ਆ, ਰੋੜਾ ਨਹੀਂ, ਫਿਰ ਮਿੱਟੀ ਹੋਣੀ ਚਾਹੀਦੀ ਆ। ਮਿੱਟੀ ਵਰਗੇ ਬਣੀਏ, ਜਿਹੜੀ ਹੈ ਵੀ ਥੱਲੇ ਰਹਿੰਦੀ ਆ ਤੇ ਸੌਫਟ ਵੀ ਆ, ਕਿਸੇ ਨੂੰ ਦੁੱਖ ਵੀ ਨਹੀਂ ਦਿੰਦੀ। ਪਰ ਕਬੀਰ ਜੀ ਨੇ ਫਿਰ ਵਿਵੇਕ ਬੁੱਧੀ ਨਾਲ ਵਿਚਾਰ ਕੀਤੀ ਤੇ ਕਹਿੰਦੇ ਨਹੀਂ, ਕਬੀਰ ਖੇ ਹੋਈ ਤੋ ਕਿਆ ਭਇਆ, ਜੋ ਉੱਡ ਲੱਗ ਗਏ ਅੰਗ,
ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ। ਮਹਾਰਾਜ ਕਹਿੰਦੇ ਕੀ ਹੋਇਆ, ਮਿੱਟੀ ਸੋਫਟ ਆ ਪਰ ਉੱਡ ਕੇ ਸਾਡੇ ਕੱਪੜਿਆਂ ਨੂੰ ਮੈਲਾ ਵੀ ਤਾਂ ਕਰਦੀ ਆ ਨਾ। ਹੁਣ ਕਿਤੇ ਮਿੱਟੀ ਹੋਵੇ ਬੰਦਾ ਦੂਰ ਭੱਜਦਾ, ਮੋਟਰਸਾਈਕਲ ਤੇ ਜਾਂਦੇ ਹੋਈਏ ਤੇ ਅੱਗੋਂ ਕਾਰ ਧੂੜ ਉਡਾ ਦੇਵੇ ਨਾ, ਬੰਦਾ ਹੌਲੀ ਕਰ ਲੈਂਦਾ ਵੀ ਕਿਤੇ ਮਿੱਟੀ ਪੈ ਨਾ ਜਾਵੇ। ਕਿਉਂ ਮਿੱਟੀ ਤੋਂ ਭੱਜਦਾ? ਇਹਦਾ ਮਤਲਬ ਮਿੱਟੀ ਵੀ ਅਧੂਰੀ ਹੈ। ਹੁਣ ਮਿੱਟੀ ਜੇ ਨਿਮਰਤਾ ਵਿੱਚ ਰਹਿੰਦੀ ਆ ਪਰ ਕਿਸੇ ਦੇ ਸਰੀਰ ਨੂੰ, ਕਿਸੇ ਦੇ ਕੱਪੜਿਆਂ ਨੂੰ ਮੈਲਾ ਵੀ ਤਾਂ ਕਰਦੀ ਆ ਨਾ। ਫਿਰ ਕਬੀਰ ਜੀ ਕਹਿੰਦੇ ਮਿੱਟੀ ਬਣ ਕੇ ਗੱਲ ਨਹੀਂ ਬਣਨੀ, ਪਾਣੀ ਵਰਗੇ ਬਣ ਜਾਓ। ਕਿਉਂਕਿ ਪਾਣੀ ਜਾਂਦਾ ਵੀ ਨਿਵਾਨ ਨੂੰ ਆ ਤੇ ਕਿਸੇ ਦੇ ਕੱਪੜਿਆਂ ਨੂੰ ਮੈਲਾ ਵੀ ਨਹੀਂ ਕਰਦਾ, ਸਗੋਂ ਪਵਿੱਤਰ ਕਰਦਾ, ਮੈਲ ਧੋਂਦਾ, ਸਗੋਂ ਨਿਰਮਲ ਤੇ ਨਿਰਮਲਾ ਹੈ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੇ ਜਲਾ। ਨਿਰਮਲ ਤੇ ਨਿਰਮਲ ਆ ਪਾਣੀ। ਪਰ ਕਹਿੰਦੇ ਨੇ ਕਬੀਰ ਪਾਣੀ ਹੁਆ ਤਾਂ ਕਿਆ ਭਇਆ। ਇੱਧਰ ਧਿਆਨ ਦਿਓ ਸਾਧ ਸੰਗਤ। ਆ ਮਾਤਾ ਜੀ ਕਿਰਪਾ, ਜਿਹੜੇ ਆਉਂਦੇ ਹੋ ਨਾ ਜੀ, ਵੈਸੇ ਮੈਂ ਕਈ ਵਾਰੀ ਇਹ ਬੇਨਤੀ ਕਰਦਾ ਹੁੰਦਾ, ਮੈਂ ਥੋੜ੍ਹੀ ਜਿਹੀ ਵਿੱਚੋਂ ਨਿਕਲ ਕੇ ਬੇਨਤੀ ਕਰਦਾ, ਮੈਨੂੰ ਮਾਫੀ ਦੇ ਦਿਓ। ਮੈਂ ਤੁਹਾਨੂੰ ਨਹੀਂ, ਮੈਂ ਆਮ ਤੌਰ 'ਤੇ ਸਾਂਝੇ ਤੌਰ 'ਤੇ ਕਹਿ ਰਿਹਾ। ਆਮ ਤੌਰ 'ਤੇ ਨਾ ਮੈਂ ਵੇਖਦਾ ਗੁਰਦੁਆਰੇ ਸਾਹਿਬ ਦੇ ਵਿੱਚ ਨਾ ਅਸੀਂ ਮਿਲਣੀਆਂ ਕਰਨ ਲੱਗ ਪੈਂਦੇ ਹਾਂ। ਅਤੇ ਜਿੱਥੇ ਕੋਈ, ਤੁਸੀਂ ਦੱਸੋ ਕਿਸੇ ਮੰਤਰੀ ਸੰਤਰੀ ਰਾਜੇ ਦੇ ਦਰਬਾਰ ਵਿੱਚ ਜਾਓ, ਰਾਜਾ ਬੈਠਾ ਹੋਵੇ, ਚੌਧਰੀ ਬੈਠਾ ਹੋਵੇ, ਅਤੇ ਮੈਨੂੰ ਕਹਿ ਲੈਣ ਦਿਓ ਵੀ ਇੱਕ ਦੂਜੇ ਨੂੰ ਤੁਸੀਂ ਸਾਹਮਣੇ ਸਤਿ ਸ੍ਰੀ ਅਕਾਲ ਬੁਲਾਉਂਦੇ ਰਹੋ, ਅਤੇ ਕੀ ਕਹਿਣਗੇ ਲੋਕ? ਰਾਜੇ ਦੀ ਤੋਹੀਨ ਕੀਤੀ ਤੁਸੀਂ, ਰਾਜੇ ਦੀ ਤੋਹੀਨ ਕੀਤੀ। ਮੈਂ ਵੇਖਿਆ ਵੀ ਇੱਥੇ ਗੁਰਦੁਆਰਾ ਸਾਹਿਬ ਹੋਊਗਾ, ਇੱਕ ਦੂਜੇ ਨੂੰ ਆਸ਼ੀਰਵਾਦ ਦੇਣਗੇ, ਇੱਕ ਦੂਜੇ ਨੂੰ ਮਿਲਣੀਆਂ ਕਰਨ ਲੱਗ ਪੈਣਗੇ। ਮੈਂ ਮਾਫੀ ਮੰਗ ਕੇ ਬੇਨਤੀ ਕਰਦਿਆਂ, ਜਿੱਥੇ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਗੁਰੂ ਗ੍ਰੰਥ ਸਾਹਿਬ ਹੋਣ ਨਾ, ਉੱਥੇ ਇਹ ਨਾ ਸੋਚਿਆ ਕਰੋ ਇਹ ਮੇਰੀ ਭਾਬੀ ਹੈ, ਮੇਰਾ ਭਰਾ ਹੈ, ਮੇਰੀ ਭੈਣ ਹੈ, ਮੇਰਾ ਚਾਚਾ ਤੇ ਮੇਰਾ ਫੁੱਫੜ ਆ। ਉੱਥੇ ਵੇਖਿਆ ਕਰੋ ਬਸ ਸੰਗਤ ਹੈ। ਇੱਥੇ ਨਾ ਮੇਰਾ ਫੁੱਫੜ ਆ, ਨਾ ਮੇਰਾ ਪਾਪਾ ਹੈ, ਨਾ ਮੇਰਾ ਪੋਤਾ, ਇੱਥੇ ਸਿਰਫ ਸੰਗਤ ਹੈ। ਅਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ 'ਚ ਬੈਠੇ ਹਾਂ, ਬਸ ਆਹ ਸਿਧਾਂਤ ਰੱਖਣਾ। ਅਤੇ ਜਦੋਂ ਇਹ ਗੱਲ ਹੋ ਗਈ ਸਾਂਝੇ ਤੌਰ 'ਤੇ ਸਭ ਨੂੰ ਫਤਿਹ ਬੁਲਾਓ ਅਤੇ ਬਰਾਜ ਜੋ ਸੰਗਤ 'ਚ। ਅਤੇ ਜੇ ਇੱਥੇ ਫੁੱਫੜ, ਮਾਮਾ, ਚਾਚਾ ਸਾਰੇ ਬੈਠੇ ਹੋਣ, ਫਿਰ ਤਾਂ ਇਕੱਲੇ ਇਕੱਲੇ ਨੂੰ ਮਿਲਣਾ ਪੈਣਾ ਜਾ ਕੇ, ਨਹੀਂ ਤਾਂ ਫਿਰ ਗੁੱਸਾ ਕਰ ਜਾਣਾ ਫੁੱਫੜ ਜੀ ਨੇ। ਅਤੇ ਜੇ ਸਾਂਝੀ ਤੌਰ 'ਤੇ ਸੰਗਤ ਮੰਨ ਲਿਆ ਅਤੇ ਫਿਰ ਸਭ ਨੂੰ ਸਾਂਝੀ ਫਤਿਹ ਬੁਲਾਓ ਅਤੇ ਗੱਲ ਨਿਬੜੀ, ਬੈਠ ਜਾਓ ਸੰਗਤ ਦੇ ਵਿੱਚ। ਤਾਂ ਖੈਰ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ, ਮਹਾਰਾਜ ਕਹਿੰਦੇ ਪਾਣੀ ਬਣ ਕੇ ਵੀ ਗੱਲ ਨਹੀਂ ਬਣਨੀ। ਕਬੀਰ ਪਾਣੀ ਹੁਆ ਤਾਂ ਕਿਆ ਭਇਆ, ਸੀਰਾ ਤਾਤਾ ਹੋਏ। ਪਾਣੀ ਗੱਲ ਕੇ ਵੀ ਗੱਲ ਨਹੀਂ ਬਣਨੀ, ਭਾਵੇਂ ਪਾਣੀ ਨਿਵਾਨ ਨੂੰ ਜਾਂਦਾ ਹੈ, ਪਰ ਮਹਾਰਾਜ ਕਹਿੰਦੇ ਪਾਣੀ ਕਦੀ ਤੱਤਾ ਹੋ ਜਾਂਦਾ, ਕਦੀ ਠੰਡਾ ਹੋ ਜਾਂਦਾ ਹੈ। ਕਦੀ ਤੱਤਾ ਹੋਇਆ ਤੇ ਕਿਸੇ ਨੂੰ ਸਾੜਤਾ, ਤੇ ਠੰਡਾ ਹੋਇਆ ਤੇ ਲੋਕੀ ਠੰਡ 'ਚ ਕੰਬਦੇ ਨੇ। ਪਾਣੀ ਵੀ ਅਧੂਰਾ ਹੈ, ਫਿਰ ਕੀ ਬਣੀਏ? ਕਹਿੰਦੇ ਕਬੀਰ ਪਾਣੀ ਹੁਆ ਤਾਂ ਕਿਆ ਭਇਆ, ਸੀਰਾ ਤਾਤਾ ਹੋਏ। ਤੇ ਗੱਲ ਹੀ ਨਿਬੇੜਤੀ, ਕਹਿੰਦੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਰੱਬ ਨੂੰ ਮਿਲਣਾ ਹੈ ਤੇ ਰੱਬ ਹੀ ਬਣਨਾ ਪੈਣਾ ਤੁਹਾਨੂੰ। ਰੱਬ ਵਰਗੇ ਬਣ ਕੇ ਹੀ ਰੱਬ ਮਿਲ ਸਕਦਾ ਹੈ। ਹੁਣ ਇਹ ਗੱਲ ਮੈਂ ਕਿਉਂ ਕਹੀ? ਕੇਵਲ ਪਦਾਰਥ ਛੱਡ ਕੇ, ਜ਼ਿੰਮੇਵਾਰੀਆਂ ਛੱਡ ਕੇ ਕੇਵਲ ਰੱਬ ਨੂੰ ਖੋਜਣ ਨਿਕਲੇ ਵੀ ਅਧੂਰੇ। ਪਤਾ ਕਿਉਂ ਨੇ? ਮੈਂ ਕਹਿੰਦਾ ਵੀ ਆਪਾਂ ਇਹ ਤਾਂ ਕਹਿਤਾ ਵੀ ਰੱਬ ਨੂੰ ਮਿਲਣ ਵਾਸਤੇ ਰੱਬ ਬਣਨਾ ਪੈਣਾ ਹੈ, ਤੇ ਅਕਸਰ ਆਮ ਤੌਰ 'ਤੇ ਸਾਡੇ ਪ੍ਰਚਾਰਕ ਇਹ ਗੱਲ ਤਾਂ ਕਹਿ ਕੇ ਸਾਰ ਦਿੰਦੇ ਨੇ, ਰੱਬ ਨਿਰਭਉ ਹੈ, ਨਿਰਭਉ ਬਣ ਜਾਓ, ਨਿਰਵੈਰ ਹੈ, ਨਿਰਵੈਰ ਬਣ ਜਾਓ, ਉਹ ਪਰਉਪਕਾਰੀ ਹੈ, ਤੁਸੀਂ ਸਭ ਦਾ ਭਲਾ ਕਰਨਾ ਸਿੱਖੋ। ਪਰ ਕਦੀ ਇਹ ਅਸੀਂ ਕਹਿਣਾ ਭੁੱਲ ਜਾਂਦੇ ਹਾਂ ਕਿ ਰੱਬ ਸਭ ਤੋਂ ਵੱਡਾ ਰਿਸਪੌਂਸੀਬਲ ਪਰਸਨ ਹੈ। ਰਿਸਪੌਂਸੀਬਲ ਸ਼ਖਸੀਅਤ ਰੱਬ ਤੋਂ ਵੱਡੀ ਕੀ ਹੋ ਸਕਦੀ ਹੈ? ਏਡੀ ਵੱਡੀ ਰਿਸਪੌਂਸੀਬਲ ਸ਼ਖਸੀਅਤ ਕਿ ਮਹਾਰਾਜ ਕਹਿੰਦੇ ਦੀਨਨ ਕੀ ਪ੍ਰਤਪਾਲ ਕਰੈ, ਨਿਤ ਸੰਤ ਉਬਾਰ ਘਨੀ ਮਨ ਗਾਰੈ, ਪਸ਼ ਪਸ਼ੂ ਨਗ ਨਾਗ ਨਰਾਧਵ ਸਰਬ ਸਮੇਂ ਸਭ ਕੋ ਪ੍ਰਤਪਾਰੈ। ਇੱਕੋ ਸਮੇਂ ਵਿੱਚ ਸਾਰਿਆਂ ਨੂੰ ਪਾਲਦਾ ਪਿਆ। ਅਤੇ ਜੇ ਰੱਬ ਵੀ ਆਪਦੀਆਂ ਜ਼ਿੰਮੇਵਾਰੀਆਂ ਤੋਂ ਭੱਜ ਜੇ, ਕੀ ਬਣਨਾ ਸਾਡਾ? ਫਿਰ ਸਾਡਾ ਕੀ ਬਣੂਗਾ? ਫਿਰ ਜੇ ਰੱਬ ਵੀ ਜ਼ਿੰਮੇਵਾਰੀਆਂ ਤੋਂ ਭੱਜ ਗਿਆ, ਐਵੇਂ ਤਾਂ ਨਹੀਂ ਕਿਹਾ ਵੀ ਗ੍ਰਸਤਨ ਮੈਂ ਤੂੰ ਵੱਡੋ ਗ੍ਰਸਤੀ, ਜਿਹੜਾ ਸਭ ਤੋਂ ਵੱਡਾ ਗ੍ਰਸਤੀ ਹੈ, ਸਭ ਤੋਂ ਵੱਡਾ ਜ਼ਿੰਮੇਵਾਰ ਹੈ, ਸਭ ਤੋਂ ਵੱਡਾ ਰਿਸਪੌਂਸੀਬਲ ਹੈ, ਕਿ ਸਭ ਨੂੰ ਪਾਲਦਾ ਹੈ, ਸਭ ਦੀ ਸੰਭਾਲ ਕਰਦਾ ਹੈ, ਸਭ ਦੀ ਰੱਖਿਆ ਕਰਦਾ ਹੈ, ਸਭ ਦੀ ਪਾਲਣਾ ਕਰਦਾ ਹੈ। ਅਤੇ ਜੇ ਉਹ ਇੰਨਾ ਰਿਸਪੌਂਸੀਬਲ ਹੈ ਅਤੇ ਗੈਰ ਰਿਸਪੌਂਸੀਬਲ ਪਰਸਨ, ਫਿਰ ਉਹਦੇ 'ਚ ਅਭੇਦ ਕਿਵੇਂ ਹੋ ਸਕਦੇ ਆ? ਰੱਬ ਨੂੰ ਮਿਲਣ ਵਾਸਤੇ ਜੇ ਰੱਬ ਬਣਨਾ ਪੈਣਾ ਹੈ, ਫਿਰ ਰੱਬ ਤਾਂ ਬੜਾ ਵੱਡਾ ਜ਼ਿੰਮੇਵਾਰ ਹੈ, ਅਤੇ ਜ਼ਿੰਮੇਵਾਰੀਆਂ ਤੋਂ ਭੱਜਣ ਵਾਲਾ ਉਹਦੇ 'ਚ ਭੇਦ ਕਿਵੇਂ ਹੋ ਜਾਊਗਾ? ਫਿਰ ਉਹ ਤਾਂ ਐਡਾ ਵੱਡਾ ਪਰਿਵਾਰ ਪਾਲਦਾ ਪਿਆ ਹੈ, ਅਤੇ ਪਰਿਵਾਰ ਪਾਲਦਿਆਂ ਬੇਪਰਵਾਹ ਹੈ। ਨਾਨਕ ਵਿਗਸੈ ਬੇਪਰਵਾਹ। ਬੇਪਰਵਾਹ ਦਾ ਮਤਲਬ ਆਪਾਂ ਹੁਣ ਪਰਿਵਾਰ ਪਾਲਦਿਆਂ ਟੈਨਸ਼ਨ ਲੈਂਦੇ ਹਾਂ, ਹਾਏ ਮੇਰੇ ਬੱਚੇ ਦਾ ਕੀ ਬਣੂ, ਹਾਏ ਮੇਰੀ ਧੀ ਦਾ ਕੀ ਬਣੂ। ਰੱਬ ਪਾਲਦਾ ਹੈ ਪਰ ਟੈਨਸ਼ਨ ਨਹੀਂ ਲੈਂਦਾ।
ਪਾਲਦਾ ਹੈ ਪਰ ਬੇਪਰਵਾਹ ਹੋ ਕੇ, ਉਹਨੂੰ ਕੋਈ ਚਿੰਤਾ ਨਹੀਂ ਹੈਗੀ, ਪਰ ਰਿਸਪੌਂਸੀਬਲ ਹੈ, ਉਹ ਜ਼ਿੰਮੇਵਾਰ ਹੈ। ਤੇ ਜੇ ਰੱਬ ਜ਼ਿੰਮੇਵਾਰ ਹੈ ਤੇ ਰੱਬ ਨੂੰ ਮਿਲਣ ਵਾਲੇ ਗੈਰ ਜ਼ਿੰਮੇਦਾਰ ਕਿਵੇਂ ਹੋ ਸਕਦੇ ਆ? ਰੱਬ ਨੂੰ ਜਿਹੜੇ ਮਿਲਣ ਦੀ ਇੱਛਾ ਰੱਖਦੇ ਨੇ ਉਹ ਭਗੌੜੇ ਕਿਵੇਂ ਹੋ ਸਕਦੇ ਆ? ਗੁਰੂ ਨਾਨਕ ਸਾਹਿਬ ਨੇ ਸਾਨੂੰ ਸੂਰਮੇ ਬਣਾ। ਇਸੇ ਕਰਕੇ ਮੈਂ ਕਹਿ ਰਿਹਾ ਵੀ ਜਿਨ੍ਹਾਂ ਨੇ ਪਦਾਰਥ ਪਾਸੇ ਕਰਤਾ ਹੈ, ਕੇਵਲ ਤੇ ਕੇਵਲ ਰੱਬ ਖੋਜਣ ਨਿਕਲੇ, ਉਹ ਅਧੂਰੇ ਇਸ ਕਰਕੇ ਕਿਉਂਕਿ ਰੱਬ ਨੂੰ ਮਿਲਣ ਵਾਸਤੇ ਰੱਬ ਬਣਨਾ ਪੈਣਾ ਸੀ, ਤੇ ਰੱਬ ਦਾ ਪਹਿਲਾ ਹੀ ਸਿਧਾਂਤ ਇਹ ਆ ਵੀ ਜ਼ਿੰਮੇਵਾਰ ਬਣਾ। ਇਸੇ ਕਰਕੇ ਤਾਂ ਭਾਈ ਗੁਰਦਾਸ ਨੂੰ ਵੀ ਕਹਿਣਾ ਪੈ ਗਿਆ ਕਿ ਮਾਂ ਪਿਓ ਪਰਹਰ ਸੁਣੈ ਵੇਦ, ਭੇਦ ਨਾ ਜਾਣੈ ਕਥਾ ਕਹਾਣੀ। ਤੂੰ ਛੱਡ ਦੇ ਜ਼ਿੰਮੇਵਾਰੀਆਂ, ਪੜ੍ਹਦਾ ਰਹਿ ਗ੍ਰੰਥ, ਪੜ੍ਹਦਾ ਰਹਿ ਵੇਦ, ਪਰ ਕੋਈ ਭੇਦ ਨਹੀਂ ਜਾਣਨਾ ਤੂੰ, ਕੋਈ ਭੇਦ ਦੀ ਸਮਝ ਨਹੀਂ ਲੱਗਣੀ ਤੈਨੂੰ। ਮਾਂ ਪਿਓ ਪਰਹਰ ਸੁਣੈ ਵੇਦ, ਭੇਦ ਨਾ ਜਾਣੈ ਕਥਾ ਕਹਾਣੀ। ਮਾਂ ਪਿਓ ਪਰਹਰ ਕਰੈ ਤਪ, ਵਨ ਖੰਡ ਭੁੱਲਾ ਫਿਰੈ ਬੇਬਾਣੀ। ਮਾਂ ਪਿਓ ਪਰਹਰ ਕਰੈ ਪੂਜ, ਦੇਵੀ ਦੇਵਨਾ ਸੇਵਕ ਮਾਨੀ। ਮਾਂ ਪਿਓ ਪਰਹਰ ਕਰੈ ਦਾਨ, ਬੇਈਮਾਨ ਅਗਿਆਨ ਪੁਰਾਣੀ। ਤੇ ਅੰਤ ਤੇ ਕਹਿ ਦਿੱਤਾ ਗੁਰ ਪਰਮੇਸ਼ਰ ਸਾਰ ਨਾ ਜਾਣੀ। ਤੂੰ ਕਰਦਾ ਰਹਿ ਕੁਝ ਵੀ, ਪਰ ਗੁਰੂ ਪਰਮੇਸ਼ਰ ਦੀ ਸਾਰ ਨਹੀਂ ਜਾਣੀ ਤੂੰ, ਕਿਉਂਕਿ ਤੂੰ ਇਹੀ ਸਿਧਾਂਤ ਅਮਲ ਦੇ ਵਿੱਚ ਨਹੀਂ ਲਿਆਂਦਾ ਵੀ ਉਹ ਤਾਂ ਬੜਾ ਵੱਡਾ ਜ਼ਿੰਮੇਵਾਰ ਹੈ। ਇਸ ਕਰਕੇ ਸਾਧ ਸੰਗਤ ਜੀਓ, ਕੇਵਲ ਤੇ ਕੇਵਲ ਰੱਬ ਨੂੰ ਖੋਜਣ ਵਾਲੇ ਵੀ ਅਧੂਰੇ ਇਸ ਕਰਕੇ ਨੇ ਕਿਉਂਕਿ ਉਹ ਜ਼ਿੰਮੇਵਾਰੀਆਂ ਤੋਂ ਭਗੌੜੇ ਹੋ ਗਏ, ਤੇ ਭਗੌੜੇ ਕਦੀ ਰੱਬ ਨਹੀਂ ਹੋ ਸਕਦੇ। ਰੱਬ ਸੂਰਮਾ ਹੈ, ਰੱਬ ਜ਼ਿੰਮੇਵਾਰ ਹੈ, ਤੇ ਉਸ ਤੋਂ ਬਾਅਦ ਫਿਰ ਕਹੋ ਨਿਰਭਉ ਹੈ, ਨਿਰਵੈਰ। ਕਿਉਂਕਿ ਜ਼ਿੰਮੇਵਾਰੀਆਂ ਵਿੱਚ ਪਵਾਂਗੇ ਤੇ ਫਿਰ ਕਹੋ ਨਾ ਵੀ ਨਿਰਵੈਰ ਕਿਵੇਂ ਬਣਨਾ ਹੈ। ਹੁਣ ਜੰਗ ਤੋਂ ਕੋਹਾਂ ਦੂਰ ਬੈਠਾ ਤੇ ਕਵੇ ਵੀ ਮੈਂ ਹਾਰਿਆ ਹੀ ਨਹੀਂ। ਹੁਣ ਜੰਗ ਦੇ ਸਾਹਮਣੇ ਹੀ ਨਹੀਂ ਕੀਤਾ ਤੇ ਆਪੇ ਕਹੀ ਜਾ ਮੈਂ ਹਾਰਿਆ ਹੀ ਨਹੀਂ। ਹੁਣ ਜੰਗ ਦੇ ਵਿੱਚ ਉਤਰਿਆ ਜਿਹੜਾ ਮਨੁੱਖ ਹੈ ਉਹ ਤਾਂ ਬੋਲ ਕੇ ਕਵੇ ਵੀ ਮੈਂ ਹਾਰਿਆ ਕਿ ਜਿੱਤਿਆ, ਕਿਉਂਕਿ ਜੰਗ ਦੇ ਮੈਦਾਨ 'ਚ ਉਤਰ ਗਿਆ। ਜਿਹਨੇ ਜੰਗ 'ਚ ਪੈਰ ਹੀ ਨਹੀਂ ਪਾਇਆ ਉਹ ਕਹੀ ਜਾਵੇ ਮੈਂ ਹਾਰਿਆ ਹੀ ਨਹੀਂ। ਭਰਾਵਾ ਜਿੱਤਿਆ ਵੀ ਕਦੋਂ ਆ ਫਿਰ ਤੂੰ? ਤੋ ਇਸ ਸੰਸਾਰ ਇੱਕ ਜੰਗ, ਜ਼ਿੰਮੇਵਾਰੀਆਂ ਗ੍ਰਸਤ ਇੱਕ ਜੰਗ ਹੈ, ਤੇ ਜਿਹੜਾ ਇਸ ਜੰਗ ਵਿੱਚ ਉਤਰਿਆ ਹੀ ਨਹੀਂ ਉਹਨੂੰ ਕੀ ਪਤਾ ਨਿਰਵੈਰ ਕਿਵੇਂ ਹੋਈਦਾ। ਹੋ ਸਕਦਾ ਜੰਗਲ 'ਚ ਬੈਠਾ ਜਦੋਂ ਪਰਿਵਾਰ 'ਚ ਆਵੇ ਤੇ ਗਵਾਂਢੀਆਂ ਨਾਲ ਵਾਇਰ ਪਾਈ ਬੈਠਾ ਹੋਵੇ। ਜਿਹੜਾ ਜੰਗਲ 'ਚ ਬੈਠਾ ਕਵੇ ਵੀ ਆਪਾਂ ਨੂੰ ਕਿਸੇ ਨਾਲ ਕੋਈ ਰੰਜਿਸ਼ ਨਹੀਂ, ਤੇ 2 ਦਿਨ ਉਹਨੂੰ ਘਰੇ ਪੈ ਜਾਈਏ ਤੇ ਜੁੱਤੀ ਚੱਕ ਕੇ ਗਵਾਂਢੀਆਂ ਨੂੰ ਕੁੱਟਣ ਬੈਠਾ ਹੋਵੇ, ਉਹ ਕਾਹਦਾ ਨਿਰਵੈਰ ਹੋਇਆ ਸਾਧ ਸੰਗਤ? ਤੇ ਇੱਥੇ ਉਹਨੂੰ ਚੌਧਰੀਆਂ ਦੀ ਮੁਥਾਜੀ ਕਰਨੀ ਪੈ ਰਹੀ ਹੋਵੇ, ਕਾਹਦਾ ਨਿਰਭਉ ਹੋਇਆ? ਤੋ ਜ਼ਿੰਮੇਵਾਰੀਆਂ 'ਚ ਹੀ ਪਤਾ ਲੱਗਣਾ ਵੀ ਕਿਹੜਾ ਕਿੰਨਾ ਕੁ ਨਿਰਵੈਰ ਹੈ ਤੇ ਕਿਹੜਾ ਕਿੰਨਾ ਕੁ ਨਿਰਭਉ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਸਾਨੂੰ ਨਿਰਾਲਾ ਸਿਧਾਂਤ ਦਿੱਤਾ ਹੈ ਕਿ ਭਲਿਆ ਤੂੰ ਰੱਬ ਵੀ ਖੋਜਣਾ ਹੈ, ਪਰ ਜ਼ਿੰਮੇਵਾਰੀਆਂ ਤੋਂ ਭੱਜਣਾ ਵੀ ਨਹੀਂ ਹੈਗਾ। ਇਸ ਕਰਕੇ ਮਹਾਰਾਜ ਨੇ ਪਦਾਰਥ ਦੇ ਪ੍ਰਤਾਪ ਦੀ ਮਨਾਹੀ ਨਹੀਂ ਕੀਤੀ। ਪਦਾਰਥ ਵੀ ਇੱਕ ਬੜਾ ਵੱਡਾ ਪ੍ਰਤਾਪ ਹੈ ਸਾਧ ਸੰਗਤ, ਪਦਾਰਥ ਦੀ ਵੀ ਇੱਕ ਬੜੀ ਵੱਡੀ ਤਾਕਤ ਹੈ। ਜਿੱਥੇ ਪਰਮਾਤਮਾ ਦੇ ਨਾਮ ਦੀ ਤਾਕਤ ਹੈ, ਔਰ ਉਸ ਤਾਕਤ ਦੀ ਭਾਵੇਂ ਕੋਈ ਬਰਾਬਰੀ ਨਹੀਂ ਕਰ ਸਕਦਾ, ਪਦਾਰਥ ਵੀ ਨਹੀਂ ਕਰ ਸਕਦਾ, ਪਰ ਪਦਾਰਥ ਦੇ ਵਿੱਚ ਵੀ ਆਪਣੇ ਆਪ ਵਿੱਚ ਇੱਕ ਸ਼ਕਤੀ ਤਾਂ ਹੈ। ਇਸੇ ਕਰਕੇ ਗੁਰਬਾਣੀ ਦੇ ਵਿੱਚ ਇਹ ਬਚਨ ਕੀਤਾ ਗਿਆ ਹੈ, ਕਹਿੰਦੇ ਨੇ ਗ੍ਰਹਿ ਸੋਭਾ ਜਾ ਕਹਿ ਰੇ ਨਾਹੇ, ਆਵਤ ਪਈਆ ਖੁਦੇ ਜਾਹੇ। ਜਿਹਦੇ ਘਰ ਪਦਾਰਥ ਦੀ ਸੋਭਾ ਨਹੀਂ ਨਾ ਹੈਗੀ, ਮਹਾਰਾਜ ਕਹਿੰਦੇ ਉਹਦੇ ਘਰ ਤਾਂ ਮਹਿਮਾਨ ਵੀ ਭੁੱਖੇ ਮੁੜ ਜਾਂਦੇ। ਤੇ ਕੀ ਕਰਨਾ ਤੇਰੇ ਫਕੀਰ ਪੁਣੇ ਨੂੰ, ਤੇਰੇ ਸੰਤ ਪੁਣੇ ਨੂੰ, ਜੇ ਤੂੰ ਆਏ ਗਏ ਨੂੰ ਰੋਟੀ ਨਹੀਂ ਪੁੱਛ ਸਕਦਾ। ਬੋਲ ਕੇ ਕਹਿੰਦੇ ਨੇ ਕਿ ਬਾਰ ਪਰਾਇਆ ਬੈਸ ਨਾ ਸਾਈ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖਸੀ ਜੀਓ ਸਰੀਰੋ ਲੈ। ਹੇ ਰੱਬਾ, ਹੇ ਖੁਦਾ, ਹੇ ਵਾਹਿਗੁਰੂ, ਮੇਰੇ ਤੇ ਕਿਰਪਾ ਕਰੀ, ਮੈਨੂੰ ਕਿਸੇ ਦਾ ਮੁਹਤਾਜ ਨਾ ਬਣਾਈ। ਜੇ ਮੁਹਤਾਜ ਬਣਾਉਣਾ ਤੇ ਖਤਮ ਕਰ ਦੀ ਮੈਨੂੰ ਮਰਨਾ ਕਬੂਲ ਹੈ, ਪਰ ਮੈਂ ਕਿਸੇ ਤੋਂ ਮੰਗ ਕੇ ਨਹੀਂ ਖਾਣਾ। ਤੇ ਤੂੰ ਕਹਿਣਾ ਵੀ ਮੈਂ ਸੰਤ ਬਣ ਗਿਆ ਤੇ ਖਾਣਾ ਤੂੰ ਕਿਸੇ ਤੋਂ ਮੰਗ ਕੇ ਹੈ। ਗੁਰਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲੱਗੀਐ ਪਾਏ, ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹੋ ਪਛਾਣੇ ਸੇ। ਮਹਾਰਾਜ ਕਹਿੰਦੇ ਪਦਾਰਥ ਵੀ ਇੱਕ ਬੜੀ ਵੱਡੀ ਤਾਕਤ ਹੈ। ਤਾਂ ਹੀ ਭਗਤ ਕਬੀਰ ਜੀ ਨੂੰ ਵੀ ਇਹ ਕਹਿਣਾ ਪੈ ਗਿਆ। ਮਹਾਰਾਜ ਕਹਿੰਦੇ ਵੀ ਜਿਸ ਬੰਦੇ ਕੋਲ ਦੌਲਤ ਨਹੀਂ ਨਾ, ਨਿਰਧਨ ਆਦਰ ਕੋ ਨਾ ਦੇ। ਜਿਸ ਕੋਲ ਪਦਾਰਥ ਦੀ ਸੋਭਾ ਨਹੀਂ ਨਾ, ਉਹਦੇ ਕੋਲ ਉਹਨੂੰ ਮਾਣ ਨਹੀਂ ਮਿਲਦਾ ਸਮਾਜ ਦੇ ਵਿੱਚ। ਇਹ ਕਲਯੁਗ ਦੇ ਲੱਛਣ ਹੈ। ਹਾਲਾਂਕਿ ਕਦੀ ਐਸਾ ਸਮਾਂ ਹੋਇਆ ਕਰਦਾ ਸੀ ਸਾਧ ਸੰਗਤ ਜਿੱਥੇ ਗੁਣਾਂ ਨੂੰ ਪ੍ਰਾਇਓਰਿਟੀ ਦੇਖਿਆ ਜਾਂਦਾ ਸੀ, ਗੁਣਾਂ ਨੂੰ ਪਹਿਲ ਦਿੱਤੀ ਜਾਂਦੀ ਸੀ ਵੀ ਜਿਹਦੇ 'ਚ ਗੁਣ ਹੈ, ਭਾਵੇਂ ਉਹ ਕੱਖਾਂ ਦੀ ਕੁੱਲੀ 'ਚ ਰਹਿਣ ਵਾਲਾ, ਉਹਨੂੰ ਪਹਿਲ ਦੇ ਆਧਾਰ 'ਤੇ ਸਤਿਕਾਰ ਦਿੱਤਾ ਜਾਂਦਾ ਸੀ। ਤੇ ਜਦੋਂ ਅਸੀਂ ਪੁਰਾਣੇ ਇਤਿਹਾਸ ਪੜ੍ਹ ਕੇ ਦੇਖਦੇ ਹਾਂ ਨਾ ਕਲਯੁਗ ਤੋਂ ਪਹਿਲਾਂ ਦੇ, ਤੇ ਸਾਡੇ ਪੜ੍ਹਨ ਦੇ ਵਿੱਚ ਆਉਂਦਾ ਹੈ ਕਿ ਰਾਜੇ ਜਨਕ ਵਰਗੇ ਵੀ ਆਪਣਾ ਸਿੰਘਾਸਨ ਛੱਡ ਦਿੰਦੇ ਸੀ ਜਦੋਂ ਕੋਈ ਗੁਣੀ ਬੰਦਾ ਆ ਜਾਂਦਾ ਸੀ। ਆਪ ਉਹ ਥੱਲੇ ਬਹਿ ਜਾਂਦੇ ਸੀ ਤੇ ਉਹਨਾਂ ਨੂੰ ਸਿੰਘਾਸਨਾਂ 'ਤੇ ਬਿਠਾ ਦਿੰਦੇ ਸੀ। ਕਿਉਂ? ਕਿਉਂਕਿ ਉਹ ਗੁਣਾਂ ਦੀ ਕਦਰ ਕਰਦੇ ਸੀ।
ਪਹਿਲ ਦੇ ਆਧਾਰ ਤੇ ਗੁਣਾਂ ਦੀ ਕਦਰ ਹੋਇਆ ਕਰਦੀ ਸੀ, ਪਦਾਰਥ ਦੀ ਕਦਰ ਬਾਅਦ ਵਿੱਚ ਹੁੰਦੀ ਸੀ। ਅੱਜ ਸਮਾਂ ਬਦਲ ਗਿਆ, ਅੱਜ ਪਦਾਰਥ ਦੀ ਕਦਰ ਪਹਿਲਾਂ ਹੈ ਤੇ ਗੁਣਾਂ ਦੀ ਕਦਰ ਬਾਅਦ ਵਿੱਚ ਆ। ਅੱਜ ਤਾਂ ਲੋਕੀ ਬੋਲ ਕੇ ਕਹਿੰਦੇ ਵੀ ਗੁਣ ਤੇਰੇ ਢੱਠੇ ਖੂਹ 'ਚ ਜਾਣ, ਪਹਿਲਾਂ ਵੇਖਾਂ ਤੇਰੇ ਕੱਪੜੇ ਕਿਹੋ ਜਿਹੇ ਨੇ, ਨੌਕਰੀ ਕਿਹੜੀ ਲੱਗਾ ਤੂੰ, ਦੌਲਤ ਸ਼ੌਲਤ ਕਿਵੇਂ ਦੀ, ਕੋਠੀ ਕਿੰਨੀ ਕਿ, ਇੱਥੇ ਹੀ ਕੋਈ ਕਾਰਾਂ ਵਾਲਾ ਹੋਵੇ ਨਾ, ਸਲਾਮਾਂ ਹੁੰਦੀਆਂ ਨੇ। ਤੇ ਕਬੀਰ ਜੀ ਕਹਿੰਦੇ ਕੋਈ ਨਿਰਧਨ ਹੋਵੇ ਨਾ। ਆ ਪਿੱਛੇ ਜੇ ਤੁਸੀਂ ਅਕਸਰ ਇੱਕ ਸ਼ਾਇਰ ਦਾ ਨਾਮ ਸੁਣਿਆ ਹੋਣਾ, ਮਿਰਜ਼ਾ ਗਾਲਿਬ। ਉਹਦੇ ਜੀਵਨ ਦੀ ਇੱਕ ਘਟਨਾ ਸੁਣ ਰਿਹਾ ਸੀ, ਪੜ੍ਹੀ ਨਹੀਂ ਮੈਂ, ਪਹਿਲਾਂ ਕਹਿ ਦਿਆਂ ਵੀ ਜਦੋਂ ਪੜ੍ਹ ਕੇ ਜਾਂ ਖੁਦ ਖੋਜ ਕੇ ਕਹੀਏ ਸਿੱਧਾ ਕਹਿ ਦਈਦਾ, ਪਰ ਸੁਣ ਕੇ ਕਹੀਏ ਨਾ ਉਹ ਮੈਂ ਜ਼ਰੂਰ ਕਹਿ ਦੇਵਾਂ, ਕਿਉਂਕਿ ਮੇਰਾ ਇਹ ਅਨੁਭਵ ਕਹਿੰਦਾ ਕਿ ਜਿੱਥੇ ਪੈਸੇ ਦੀ ਚੋਰੀ ਹੁੰਦੀ ਹੈ ਨਾ, ਉੱਥੇ ਵਿਚਾਰਾਂ ਦੇ ਵੀ ਚੋਰ ਹੁੰਦੇ ਨੇ। ਇਸ ਕਰਕੇ ਪਹਿਲਾਂ ਕਬੂਲ ਲਵਾਂ ਵੀ ਕਿਸੇ ਤੋਂ ਮੇਰੇ ਕੰਨਾਂ ਵਿੱਚ ਇਹ ਗੱਲ ਪਈ ਕਿ ਮਿਰਜ਼ਾ ਗਾਲਿਬ ਕਹਿੰਦੇ ਨੇ ਵੀ ਵਕਤ ਦਾ ਬੜਾ ਵੱਡਾ ਸ਼ਾਇਰ ਹੋਇਆ, ਤੇ ਜਿਸ ਵਕਤ ਦਾ ਉਹ ਸ਼ਾਇਰ ਹੋਇਆ ਨਾ, ਉਹਦੇ ਕੋਲ ਕਲਾ ਤਾਂ ਬਹੁਤ ਸੀ, ਪਰ ਆਰਥਿਕ ਤੌਰ 'ਤੇ ਬਹੁਤ ਗਰੀਬ ਸੀ, ਕੰਗਾਲ ਸੀ। ਇੱਥੋਂ ਤੱਕ ਵੀ ਢੰਗ ਦੇ ਕੱਪੜੇ ਵੀ ਉਹਨੂੰ ਪਾਉਣੇ ਨਹੀਂ ਸੀ ਆਉਂਦੇ, ਕਿਤੇ ਜਾਂਦਾ ਸੀ ਫਟੇ ਪੁਰਾਣੇ ਕੱਪੜੇ ਹੋਇਆ ਕਰਦੇ ਸੀ। ਤੇ ਹੈਦਰਾਬਾਦ ਦੇ ਸ਼ਾਹ ਦੀ ਇੱਕ ਪਦਵੀ ਹੁੰਦੀ ਆ ਜਿਹਨੂੰ ਨਿਜ਼ਾਮ ਕਰਕੇ ਕਹਿ ਦਿੰਦੇ ਆ। ਕਹਿੰਦੇ ਉਸ ਹੈਦਰਾਬਾਦ ਦੇ ਨਿਜ਼ਾਮ ਨੇ ਫਿਰ ਮੁਸ਼ਾਹਰੇ, ਜਿਵੇਂ ਆਪਾਂ ਕਵੀ ਦਰਬਾਰ ਰੱਖਦੇ ਆ ਨਾ, ਗੁਣੀ ਕਵੀਆਂ ਨੂੰ ਸੱਦਦੇ ਆ, ਉਵੇਂ ਮੁਸ਼ਾਹਰੇ ਕਰਾਉਂਦੇ ਤੇ ਵੱਡੇ ਵੱਡੇ ਸ਼ਾਇਰਾਂ ਨੂੰ ਸੱਦਿਆ ਜਾਂਦਾ ਹੈ। ਉਸ ਹੈਦਰਾਬਾਦ ਦੇ ਨਿਜ਼ਾਮ ਨੇ ਉਸ ਵਕਤ ਦੇ ਵੱਡੇ ਵੱਡੇ ਸ਼ਾਇਰਾਂ ਨੂੰ ਸੱਦਿਆ, ਵੱਡੇ ਵੱਡੇ ਜਿਹੜੇ ਸ਼ਾਇਰ ਸੀ ਉਹਨਾਂ ਨੂੰ ਸੱਦਿਆ ਗਿਆ ਵੀ ਤੁਸੀਂ ਆਪਣੀ ਕਲਾ ਦੀ ਪੇਸ਼ਕਾਰੀ ਕਰੋ। ਜਿੱਥੇ ਹੋਰ ਵੱਡੇ ਵੱਡੇ ਸ਼ਾਇਰਾਂ ਤੇ ਉਸਤਾਦਾਂ ਨੂੰ ਸੱਦਿਆ ਗਿਆ, ਮਿਰਜ਼ਾ ਗਾਲਿਬ ਨੂੰ ਵੀ ਸੱਦ ਲਿਆ। ਤੇ ਜਿਸ ਥਾਂ ਤੇ ਉਹਨਾਂ ਦੀ ਰਿਹਾਇਸ਼ ਸੀ ਨਾ, ਉਹਨਾਂ ਸ਼ਾਇਰਾਂ ਦੀ ਰਿਹਾਇਸ਼ ਇਕੱਠੀ ਸੀ, ਉੱਥੇ ਹੋਰ ਵੀ ਨਾਮੀ ਤੇ ਵੱਡੇ ਅਮੀਰਜ਼ਾਦੇ ਵੀ ਸੀ, ਤੇ ਉੱਥੇ ਮਿਰਜ਼ਾ ਗਾਲਿਬ ਵੀ ਆ ਕੇ ਬਹਿ ਗਿਆ। ਤੇ ਫਟੇ ਪੁਰਾਣੇ ਕੱਪੜੇ, ਤੇ ਉਹਦਾ ਨਾਲ ਦਾ ਇੱਕ ਜਿਹੜਾ ਹੋਰ ਸ਼ਾਇਰ ਆਇਆ ਸੀ, ਕਹਿੰਦਾ ਭਾਈ ਤੂੰ ਇੰਜ ਕਰ, ਕੱਪੜੇ ਚੱਜ ਦੇ ਪਾ ਲੈ ਤੇ ਤੂੰ ਉੱਥੇ ਸ਼ਾਇਰੀ ਕਰਨੀ ਹੈ, ਚੰਗੇ ਜੇ ਕੱਪੜੇ ਪਾ ਕੇ ਜਾਈਂ। ਤੇ ਇਹ ਗਰੀਬ ਵੀ ਕਹਿੰਦੇ ਇਸ ਕਰਕੇ ਸੀ ਕਿਉਂਕਿ ਇਹ ਖੁਦਦਾਰ ਬੰਦਾ ਸੀ, ਅਣਖ ਵਾਲਾ ਬੰਦਾ ਸੀ। ਇੱਥੋਂ ਤੱਕ ਵੀ ਕਿਸੇ ਨਵਾਬ ਨੇ ਇਹਨੂੰ ਆਫਰ ਵੀ ਭੇਜਿਆ ਸੀ ਕਿ ਭਾਈ ਤੇਰੇ ਕੋਲ ਕਲਾ ਬਹੁਤ ਹੈ, ਤੂੰ ਇੱਕ ਕੰਮ ਕਰ, ਤੂੰ ਮੇਰੇ ਕੋਲ ਆ ਜਾ, ਹਰ ਲੋੜ ਤੇਰੀ ਪੂਰੀ ਕਰਾਂਗਾ, ਤੈਨੂੰ ਮਕਾਨ ਬਣਾ ਕੇ ਦੇਵਾਂਗਾ, ਪਦਾਰਥ ਦੇਵਾਂਗਾ, ਤੂੰ ਮੇਰੇ ਕੋਲ ਆ ਜਾ। ਤੇ ਇਹਨੇ ਜਵਾਬ ਦੇ ਵਿੱਚ ਸ਼ਾਇਰੀ ਭੇਜੀ ਸੀ, ਤੇ ਉਹਦਾ ਇੱਕ ਭਾਵ ਇਹ ਸੀ ਕਿ ਭਾਈ ਖੇਤੀ ਸੁੱਕ ਰਹੀ ਹੋਵੇ ਤੇ ਬੱਦਲ ਆਪ ਆ ਕੇ ਗਰਜਦੇ ਨੇ, ਪਰ ਖੇਤੀ ਕਦੀ ਚੱਲ ਕੇ ਬੱਦਲਾਂ ਕੋਲ ਨਹੀਂ ਜਾਂਦੀ। ਜੇ ਕੁਝ ਵੰਡਣਾ ਹੈ ਤੇ ਉਹ ਤੇਰੀ ਲੋੜ ਹੈ, ਮੇਰੀ ਲੋੜ ਨਹੀਂ ਹੈ। ਅਕਸਰ ਮੈਂ ਵੇਖਦਾ ਕਈ ਵਾਰੀ ਨਾ ਕੋਈ ਦਾਨ ਕਰਕੇ ਇੰਜ ਸੋਚਦਾ ਵੀ ਮੈਂ ਤਾਂ ਪਤਾ ਨਹੀਂ ਕਿੱਡਾ ਵੱਡਾ ਦਾਤਾ ਬਣ ਗਿਆ, ਪਰ ਮੈਂ ਸੋਚਦਾ ਹੁੰਦਾ ਸੀ ਇੱਕ ਮਾਇਆ ਦਾ ਕੰਗਾਲ ਹੁੰਦਾ ਹੈ ਨਾ, ਤੇ ਦਾਨ ਦੇਣ ਵਾਲਾ ਵੀ ਕੰਗਾਲ ਹੈ। ਉਹ ਦਿੰਦਾ ਹੈ, ਉਹ ਵੀ ਇੱਕ ਚੀਜ਼ ਦਾ ਮੰਗਤਾ ਵੀ ਮੈਨੂੰ ਅੰਦਰ ਦਾ ਸੁੱਖ ਮਿਲੇ। ਉਹ ਜੇ ਕੁਝ ਵੰਡਣਾ ਉਹਦੀ ਆਪਦੀ ਲੋੜ ਹੈ। ਐਵੇਂ ਆਪਣੇ ਆਪ ਨੂੰ ਕੋਈ ਵੱਡਾ ਅਹਿਸਾਨ ਵਾਲਾ ਨਾ ਸਮਝੇ ਵੀ ਮੈਂ ਬੜਾ ਵੱਡਾ ਅਹਿਸਾਨ ਕਰਤਾ ਹੈ। ਦਾਨ ਕਰਨਾ ਉਹਦੀ ਲੋੜ ਹੈ, ਮਾਇਆ ਲੈਣ ਵਾਲੇ ਨੂੰ ਉਹਦੀ ਲੋੜ ਹੈ। ਇਹ ਮਿਰਜ਼ਾ ਗਾਲਿਬ ਕਹਿੰਦਾ ਵੀ ਜੇ ਤੂੰ ਕੁਝ ਵੰਡਣਾ ਹੈ ਤੇਰੀ ਲੋੜ ਆ, ਮੈਨੂੰ ਤਾਂ ਨਹੀਂ ਚਾਹੀਦਾ। ਤੇ ਇਹੋ ਜਿਹੇ ਰਵੱਈਏ ਕਰਕੇ ਕੰਗਾਲ ਸੀ, ਇਹਨੂੰ ਕਈ ਲੋਕ ਸੱਦਦੇ ਵੀ ਨਹੀਂ ਸੀ ਹੈਗੇ। ਪਰ ਇਹ ਹੈਦਰਾਬਾਦ ਦਾ ਜਿਹੜਾ ਇਹ ਸ਼ਾਹ ਸੀ ਬੰਦਾ, ਇਹਦੀ ਕਦਰ ਜਾਣਦਾ ਸੀ, ਇਹਨੇ ਇਹਨੂੰ ਸੱਦ ਲਿਆ, ਪਰ ਵੇਖਿਆ ਨਹੀਂ ਸੀ ਕਦੀ। ਇਹਦੀਆਂ ਸ਼ਾਇਰੀ ਸੁਣੀ ਸੀ, ਇਹਦੀ ਨਾਮ ਸੁਣਿਆ ਸੀ, ਪਰ ਵੇਖਿਆ ਨਹੀਂ ਸੀ ਕਦੀ, ਇਹਦੀ ਰਹਿਣੀ ਸਹਿਣੀ ਕਿਵੇਂ ਆ ਇਹ ਨਹੀਂ ਸੀ ਜਾਣਦਾ। ਤੇ ਜਦੋਂ ਮਿਰਜ਼ਾ ਗਾਲਿਬ ਉੱਥੇ ਆਇਆ, ਇਹਨੂੰ ਕੋਸ਼ਿਸ਼ਾਂ ਕੀਤੀਆਂ ਗਈਆਂ ਵੀ ਭਾਈ ਤੂੰ ਢੰਗ ਦੇ ਕੱਪੜੇ ਪਾ ਲਾ। ਕਹਿੰਦਾ ਨਹੀਂ, ਮੈਂ ਤਾਂ ਖੁਦਦਾਰ ਬੰਦਾ ਹੈ, ਮੈਂ ਜੇ ਸ਼ਾਇਰੀ ਕਰਾਂਗਾ ਤਾਂ ਜਿਵੇਂ ਦਾ ਹਾਂ ਉਵੇਂ ਹੀ ਕਰਾਂਗਾ। ਤੇ ਕਹਿੰਦੇ ਵੀ ਜਿਸ ਜਗ੍ਹਾ ਤੇ ਜਾ ਕੇ ਸਾਰੇ ਵਿਦਵਾਨਾਂ ਨੇ ਸ਼ਾਇਰੀ ਕਰਨੀ ਸੀ, ਜਾਣ ਲੱਗੇ, ਬਾਕੀ ਸਾਰਿਆਂ ਨੂੰ ਅੰਦਰ ਜਾਣ ਦਿੱਤਾ, ਪਰ ਮਿਰਜ਼ਾ ਗਾਲਿਬ ਨੂੰ ਰੋਕ ਲਿਆ। ਜਿਹੜਾ ਉੱਥੇ ਪਹਿਰੇਦਾਰ ਖਲੋਤਾ ਸੀ, ਸੰਤਰੀ ਖਲੋਤਾ ਸੀ, ਉਹਨੇ ਰੋਕ ਲਿਆ। ਕਹਿਣ ਲੱਗਾ ਵੀ ਭਾਈ ਤੂੰ ਨਹੀਂ ਜਾ ਸਕਦਾ, ਕਿਹੜਾ ਭਿਖਾਰੀ ਆ ਗਿਆ। ਉਹ ਕਹਿੰਦਾ ਮੈਂ ਮਿਰਜ਼ਾ ਗਾਲਿਬ। ਤੇ ਉਹ ਕਹਿੰਦਾ ਵੀ ਭਰਾਵਾ ਤੁਰੇ ਫਿਰਦੇ ਵਾਧੂ ਐਵੇਂ ਦੇ, ਮੈਂ ਕਿੱਥੋਂ ਮੰਨ ਲਾਂ ਤੂੰ ਮਿਰਜ਼ਾ ਗਾਲਿਬ, ਜਦ ਤੁਰਦਾ ਬਣ ਇੱਥੋਂ, ਤੈਨੂੰ ਅੰਦਰ ਨਹੀਂ ਜਾਣ ਦੇਣਾ। ਹੁਣ ਜਦੋਂ ਉਹਨੂੰ ਅੰਦਰ ਨਹੀਂ ਜਾਣ ਦਿੱਤਾ, ਵਿਚਾਰਾ ਵਾਪਸ ਮੁੜ ਗਿਆ। ਉਸ ਦਿਨ ਦੀ ਸ਼ਾਇਰੀ ਹੋਈ ਅਗਲੇ ਦਿਨ ਫੇਰ ਸੀ। ਤੇ ਜਦੋਂ ਉਸ ਦਿਨ ਵਾਪਸ ਆਏ ਤੇ ਨਾਲ ਦੇ ਸ਼ਾਇਰ ਜਿਹੜਾ ਆਇਆ ਸੀ, ਉਹਨੇ ਪੁੱਛ ਲਿਆ ਵੀ ਤੂੰ ਆਇਆ ਕਿਉਂ ਨਹੀਂ। ਉਹ ਕਹਿ ਦਿੰਦਾ ਵੀ ਮੈਨੂੰ ਆਉਣ ਹੀ ਨਹੀਂ ਦਿੱਤਾ। ਕਿਉਂ ਨਹੀਂ ਆਉਣ ਦਿੱਤਾ? ਉਹ ਕਹਿੰਦੇ ਵੀ ਉਹ ਮੇਰਾ ਨਾਮ ਜਾਣਦੇ ਸੀ, ਪਰ ਇਹ ਨਹੀਂ ਸੀ ਜਾਣਦੇ ਮੈਂ ਕੱਪੜੇ ਕਿਹੋ ਜਿਹੇ ਪਾਉਂਦਾ ਹੈ। ਮੇਰੇ ਕੱਪੜਿਆਂ ਦੀ ਪਛਾਣ ਨਹੀਂ ਸੀ ਹੈਗੀ, ਮੇਰੇ ਨਾਮ ਨੂੰ ਹੀ ਜਾਣਦੇ ਸੀ ਬਸ। ਇਸ ਕਰਕੇ ਮੈਨੂੰ ਪਛਾਣ ਨਹੀਂ ਸਕੇ ਤੇ ਮੈਨੂੰ ਜਾਣ ਨਹੀਂ ਦਿੱਤਾ।
तो नाल दा साथी कहन लगा भी तू कल नूं जरूर जाना है, तू मेरे कपड़े पा के जाना है। उन्हें बड़े यतन किए भी मैं नहीं पाउणा, पर ऐतकी की किया गया भी जबरदस्ती उन्होंने कपड़े पवाए गए भी नहीं तू जाना तो है। तो जदों वो कपड़े पा के अगले दिन गया तो जिहड़ा वो पहरेदार उन्होंने रोकदा सी अज वो सलामा करदा पिया। अंदर गए, उन्हें आपदी शायरी की पेशकारी की तो कहते बाद विच सारे शायर तो हैदराबाद का निज़ाम बैठ के सारे कट्ठे भोजन छकन दे ने। तो मिर्ज़ा गालिब पता की करन लगा, सारे भोजन छकते पे ने तो यह की करन लगा भी ये सब्जी च हथ पाए अपने कपड़ियां नूं ला दिया करे। तो सारे हसन कह लगे भी इन्नी सोहने तेनों कपड़े दिते, की हो गया तू कपड़े लबेड़न दिया। तो उन्हें उत्थे मिर्ज़ा गालिब ने एक बोल के गल कही सी जिन्हों सुन के सारियां दे उत्थे हिरदे विन्ने गए। मिर्ज़ा गालिब बोल के कहन लगा, कहंदा भाई इत्थे रोटी छकन वाले भोजन छकन वाले वो छकते ने जिन्होंने सद्या गया है, इत्थे मैनू तो आउण ही नहीं दिता, मेरे कपड़ियां नूं आउण दिता तो मेरे कपड़े ही भोजन छकन। फिर मैनू तो सद्या ही नहीं गया, मेरे कपड़ियां नूं ही सद्या गया, फिर छक लैण दो इनू भोजन। कहण तो भाव की आ भी जे इत्थे सलामां हुंदियां कपड़ियां नूं हुंदियां, दौलतां नूं हुंदियां, गड्डियां नूं हुंदियां। कबीर साहब नूं भी कहना पै गया, निरधन आदर कोई ना दे, लाख जतन करे वो चित ना धरे, जो निरधन सरधन कह जाए आगे बैठा पीठ फिराए। गरीब बंदा अमीर घर चला जाए वो पिठ फिरा के बह जाता है, तो जे बैठूगा भी वो कोल उवें दी इज्जत नाल नहीं देखदा जिवें आपदे तो वड्डे नूं इज्जत नाल देखदा। मैं गुरमुखां दी गल नहीं कर रहा, आम मनुखां दी गल कर रहा। जो निर्धन सरधन कह जाए आगे बैठा पीठ फिराए, जो सरधन निर्धन कह जाए दिया आदर लिया बुलाए। तो जदों कोई अमीर गरीब के घर आ जाए, गरीब बेचारा अगे पिछे भजेगा, कभी पानी पुछेगा कभी रोटी पुछेगा। पर कबीर जी नूं कहना पै गया, कहंदे निर्धन सरधन दोनों भाई, प्रभ की कला ना मेटी जाई, कह कबीर निर्धन है सोई, जाके हिरदे नाम ना होई। असल निर्धन तो वह है, किते समझ जाती है दुनिया कि जिहदे हिरदे च नाम नहीं वो सब तो वड्डा कंगाल है, कंगाला सिर कंगाल है। बिरथा अनुग्रह गोबिंद है, जस सिमरन रिदंतर है, आरोग्यं महारोग्यं विसिमरते करुणामय है। जिस दे हिरदे विच परमात्मा दा सिमरन नहीं वो अरोग हो के भी रोगियां दा रोगी है। गुरबाणी ने उन्होंने रोगी मन्निया, पर आम तौर पर दुनिया दे विच साध संगत गरीब बंदियां नूं शोभा नहीं मिलती, क्योंकि पदार्थ का भी एक अपना प्रताप है। पदार्थ वाले बंदे भी अज अगे भी अज दी दुनिया झुक जाती है। हुण इत्थे एक गल आ गई तो मैनूं एक सवाल याद आ गया, मैं किसी बंदे नूं डिस्कस नहीं करना चाहता, पर उत्थों एक मैं सिद्धांत जरूर दसना चाहुंदा है। क्योंकि पिछले दिनी ना एक सवाल आया, तो पिछले दिनी आपां जाणदे हां भी कुछ घटनावां साडे पंजाब दे विच होईआं। कुछ महीने लंघे तो दीप सिद्धू का चलाना होया, तो कुछ कु दिन लंघे तो शुभदीप सिंह जिन्हों सिद्धू मूसे वाला कह देंगे वह चलाना होया। तो सूहां ये मिलदियां, अंदाजे क्यास ये लाए जा रहे हैं भी दोनों नूं एजेंसियां ने मरवाया है। तो उत्थे दो तबके फिर खड़े होए, एक वो तबका कुछ विद्वानां ने उत्थे भोग ते जाके कथावां भी कीतियां, ते इन्ना वड्डा करके सलाया गया कि कई बारी ना असीं उस्तत ही कर जाने आ। उस्तत निंदा दूब बरजत होना चाहिए सी, जिथे निंदिया गुनाह उत्थे उस्तत भी गुनाह है। इन्ना वड्डा करके सलाह दिता गया कि उत्थों उस दे निचोड़ वजों एक दूजा तबका भी खड़ा हो गया, जिन्हां ने असल संत महापुरखां की संगत मानी सी। वो कहंदे लै भी तुसीं इन्हां नूं संतां नाल कंपेयर करोगे, साहिबजादियां नाल कंपेयर करोगे। फिर उत्थे दूजा तबका खड़ा हो गया जिन्हां ने उक्का ही नकार दिता भी नहीं भाई असीं नकारदे हां, परवाह नहीं करते। तो फिर मैनूं सवाल किया गया, किसी वीर वालों मैनूं WhatsApp ते मैसेज आया, कहंदे वीर जी इस गल का जवाब दिओ, उन्हां दोनों चों किहड़े सही ने। वो विद्वान जिन्हां ने बड़ा वड्डा करके सलाहिया है कि वो विद्वान जिन्हां ने उक्का ही नकार दिता है, कौन सही ने। और मैं जानदा एक खास तौर पर नौजवानी भी कई बारी ना जी असीं चंद चंगियां गल्लां सुन के ना फिर सब कुछ ही प्रवान कर लैंदे हां, ते असीं गुरबाणी दा रस भी गवा लैंदे हां। बड़े ध्यान नाल ये बड़ा बरीक विषय हुंदे साध संगत, ते विवेकशील दे नाल इन्हां नूं विचार करन दी लोड़ हुंदी आ। बिना खोज तो ते बिना विवेकता तो बिना इन्हां दी विचार करनी भी कई बारी आउटपुट बड़ी गलत निकल जाती है। तो उत्थे जो उस वीर नूं मैं जवाब दिता, देखो
ਜਿਹੜਾ ਤਾਂ ਤਬਕਾ ਉੱਕਾ ਹੀ ਨਕਾਰਦਾ ਹੈ ਨਾ, ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਹਰ ਕੋਈ ਸੂਰਜ ਨਹੀਂ ਹੋ ਸਕਦਾ, ਤੇ ਸੂਰਜ ਦਾ ਕੰਮ ਹਰ ਕੋਈ ਕਰ ਵੀ ਨਹੀਂ ਸਕਦਾ। ਸੰਤ ਜਰਨੈਲ ਸਿੰਘ ਵਰਗੇ ਸੂਰਜਾਂ ਦਾ ਕੰਮ ਠੀਕ ਆ ਹੋਰ ਕੋਈ ਨਹੀਂ ਕਰ ਸਕਦੇ, ਪਰ ਸਾਨੂੰ ਇਹ ਵੀ ਧਿਆਨ 'ਚ ਰੱਖਣਾ ਪਵੇਗਾ ਕਿ ਜਦੋਂ ਸੂਰਜ ਡੁੱਬਿਆ ਹੁੰਦਾ ਹੈ ਨਾ, ਉਦੋਂ ਹਨੇਰੇ ਦੇ ਵਿੱਚ ਫਿਰ ਕੋਈ ਨਾ ਕੋਈ ਫਲੈਸ਼ ਲਾਈਟ ਤੇ ਟਾਰਚਾਂ ਦਾ ਸਹਾਰਾ ਲੈਣਾ ਹੀ ਪੈਂਦਾ ਹੁੰਦਾ। ਉੱਥੇ ਹੁਣ ਜਦੋਂ ਸੂਰਜ ਡੁੱਬ ਚੁੱਕਾ ਹੈ, ਸੂਰਜ ਹੈ ਨਹੀਂ, ਹਨੇਰਾ ਹੈ, ਤੇ ਉਦੋਂ ਫਿਰ ਅਸੀਂ ਹਨੇਰਾ ਹੋਵੇ ਤੇ ਉਦੋਂ ਫਿਰ ਅਸੀਂ ਫਲੈਸ਼ ਲਾਈਟਾਂ ਚਲਾਉਂਦੇ ਆ, ਟਾਰਚਾਂ ਚਲਾਉਂਦੇ ਆ, ਤੇ ਅਸੀਂ ਬੋਲ ਕੇ ਕੀ ਕਵਾਂਗੇ, ਹੁਣ ਸੂਰਜ ਤੋਂ ਬਿਨਾਂ ਸਾਰ ਨਹੀਂ ਸਕਦੇ। ਪਰ ਕੀ ਕਹਿੰਦੇ, ਨਾ ਸਰਦੇ ਨੂੰ ਸਾਰਨਾ ਪੈ ਰਿਹਾ ਭਾਈ, ਨਾ ਸਰਦੇ ਨੂੰ ਸਾਰਨਾ ਪੈ ਰਿਹਾ। ਹੁਣ ਟਾਰਚ ਦੀ ਵੀ ਆਪਣਾ ਇੱਕ ਗੁਣ ਆ, ਟਾਰਚ ਫਲੈਸ਼ ਲਾਈਟ ਦਾ ਵੀ ਇੱਕ ਆਪਣਾ ਪ੍ਰਕਾਸ਼ ਹੈ, ਪਰ ਉਹਦਾ ਗੁਣ ਸਿਰਫ ਥੋੜੀ ਜਗ੍ਹਾ ਤੱਕ ਚਾਨਣ ਕਰਨ ਦਾ ਹੈ, ਬਸ। ਇਸ ਤੋਂ ਵੱਧ ਕੁਝ ਹੋਰ ਉਹਦੇ ਤੋਂ ਐਕਸਪੈਕਟ ਨਾ ਕਰਿਓ, ਕਿਉਂਕਿ ਜੋ ਕੁਝ ਐਕਸਪੈਕਟ ਸੂਰਜ ਤੋਂ ਕੀਤਾ ਜਾ ਸਕਦਾ ਹੈ ਨਾ, ਉਹ ਫਲੈਸ਼ ਲਾਈਟਾਂ ਤੋਂ ਨਹੀਂ ਕੀਤਾ ਜਾ ਸਕਦਾ। ਕਿਉਂਕਿ ਸੂਰਜ ਕੇਵਲ ਤੇ ਕੇਵਲ ਚਾਨਣ ਹੀ ਨਹੀਂ ਕਰਦਾ, ਸੂਰਜ ਹੋਰ ਵੀ ਬੜਾ ਕੁਝ ਕਰਦਾ ਹੈ। ਸੂਰਜ ਸਾਨੂੰ ਵਿਟਾਮਿਨ ਡੀ ਦਿੰਦਾ ਹੈ, ਫੋਟੋਸਿੰਥਸਿਸ ਦੇ ਵਿੱਚ ਪੌਦਿਆਂ ਨੂੰ ਜਿਹੜੀ ਭੋਜਨ ਮਿਲਦਾ ਉਹਦੇ ਵਿੱਚ ਸੂਰਜ ਦਾ ਬੜਾ ਵੱਡਾ ਰੋਲ ਹੈ। ਸੂਰਜ ਸਾਨੂੰ ਊਰਜਾ ਦਿੰਦਾ ਹੈ, ਸੂਰਜ ਸਾਨੂੰ એનર્ਜੀ ਦਿੰਦਾ ਹੈ। ਸੂਰਜ ਖਤਮ ਹੋ ਗਿਆ, ਕਈ ਸਾਲ ਸੂਰਜ ਚੜ੍ਹੇ ਹੀ ਨਾ, ਤੇ ਫਲੈਸ਼ ਲਾਈਟਾਂ ਦਾ ਵੀ ਕੀ ਕਰਨਾ ਅਸੀਂ ਫਿਰ, ਫਲੈਸ਼ ਲਾਈਟਾਂ ਦਾ ਵੀ ਕੋਈ ਅਰਥ ਨਹੀਂ ਰਹਿ ਜਾਣਾ ਸਾਧ ਸੰਗਤ। ਤੋ ਸੂਰਜ ਦਾ ਕੰਮ ਫਲੈਸ਼ ਲਾਈਟਾਂ ਨਹੀਂ ਕਰ ਸਕਦੀਆਂ, ਤੇ ਜੋ ਕੁਝ ਅਸੀਂ ਸੂਰਜ ਤੋਂ ਐਕਸਪੈਕਟ ਕਰਦੇ ਹਾਂ ਉਹ ਫਲੈਸ਼ ਲਾਈਟਾਂ ਤੋਂ ਕਰਨਾ ਵੀ ਮੂਰਖਤਾ ਹੈ, ਉਹ ਮੂਰਖਤਾ ਹੈ। ਇਸ ਕਰਕੇ ਕਿਉਂਕਿ ਸੂਰਜ ਇਕੱਲਾ ਪ੍ਰਕਾਸ਼ ਨਹੀਂ ਕਰਦਾ, ਤੇ ਹੁਣ ਫਲੈਸ਼ ਲਾਈਟਾਂ ਤੋਂ ਅਸੀਂ ਇਹ ਉਮੀਦ ਕਰੀਏ ਕਿ ਸਾਨੂੰ ਵਿਟਾਮਿਨ ਡੀ ਵੀ ਦੇਵੇ, ਆਪਣੇ ਪੌਦਿਆਂ ਵਾਸਤੇ ਭੋਜਨ ਦਾ ਕੰਮ ਵੀ ਕਰੇ, ਜਾਂ ਹੋਰ ਸਾਨੂੰ એનર્ਜੀ ਵੀ ਦੇਵੇ, ਹੋਰ ਕੰਮ ਵੀ ਕਰੇ, ਉਹ ਕੁਝ ਫਲੈਸ਼ ਲਾਈਟਾਂ ਤੋਂ ਨਹੀਂ ਕੀਤਾ ਜਾ ਸਕਦਾ। ਤੇ ਜਿਹੜੇ ਲੋਕ, ਇਹ ਮੈਨੂੰ ਕਹਿ ਲੈਣ ਦਿਓ, ਜਿਹੜੇ ਲੋਕ ਫਲੈਸ਼ ਲਾਈਟਾਂ ਤੋਂ ਸੂਰਜਾਂ ਦੀਆਂ ਪ੍ਰੇਰਨਾਵਾਂ ਲੈਣ ਲੱਗ ਪੈਣ, ਉਹ ਵੀ ਅਧੂਰੇ ਨੇ, ਫਿਰ ਉਹ ਵੀ ਬੇਵਕੂਫੀ ਕਰ ਰਹੇ ਨੇ। ਤੋ ਕਹਿਣ ਤੋਂ ਭਾਵ ਕੀ ਹੈ ਕਿ ਜਦੋਂ ਆਪਾਂ ਖਾਲਸੇ ਰਾਜ ਦੀ ਗੱਲ ਕਰਦੇ ਹਾਂ, ਬੰਦਾ ਸਿੰਘ ਬਹਾਦਰ ਵਰਗੇ, ਉਹ ਹੁਣ ਸੂਰਜ ਸਦੀਵ ਹੀ ਨਹੀਂ ਡੁੱਬੇ ਹੁੰਦੇ, ਬਸ ਇੰਝ ਕਹਿ ਲਵੋ ਵੀ ਉਹ ਕੁਝ ਸਮੇਂ ਵਾਸਤੇ ਰਾਤ ਹੋਈ ਹੁੰਦੀ ਆ, ਪਰ ਦਿਨ ਚੜ੍ਹੂਗਾ। ਪਰ ਜਿੰਨੀ ਦੇਰ ਤੱਕ ਦਿਨ ਨਹੀਂ ਚੜ੍ਹਿਆ, ਫਿਰ ਉਨੀ ਦੇਰ ਤੱਕ ਫਲੈਸ਼ ਲਾਈਟਾਂ ਨਾਲ ਸਾਰਨਾ ਪੈਂਦਾ। ਔਰ ਇਹ ਫਲੈਸ਼ ਲਾਈਟਾਂ ਕੀ ਨੇ, ਇਹ ਉਹ ਲੋਕ ਨੇ ਜਿਨ੍ਹਾਂ ਦੇ ਕੋਲ ਪਦਾਰਥਾਂ ਦਾ ਕੋਈ ਨਾ ਕੋਈ ਪ੍ਰਤਾਪ ਹੈਗਾ। ਔਰ ਜਦੋਂ ਸੈਲੀਬ੍ਰਿਟੀ ਲੋਕ, ਮੈਂ ਕਹਿੰਦਾ ਵੀ ਇਹ ਵੀ ਬੜੀ ਚੰਗੀ ਗੱਲ, ਉੱਕਾ ਨਕਾਰਨਾ ਇਸ ਕਰਕੇ ਨਹੀਂ ਚਾਹੀਦਾ, ਕਿਉਂਕਿ ਜੇ ਸਿੱਖ ਕੌਮ ਮਲੇਰਕੋਟਲਾ ਦੇ ਨਵਾਬ ਦੇ, ਉਸ ਨਵਾਬ ਦੇ ਹਾਂ ਦੇ ਨਾਅਰੇ ਦਾ ਸਤਿਕਾਰ ਕਰ ਸਕਦੀ ਆ, ਜਿਹਨੇ ਸਿਰਫ ਹਾਂ ਦਾ ਨਾਅਰਾ ਮਾਰਿਆ ਸੀ ਸਾਹਿਬਜ਼ਾਦਿਆਂ ਵਾਸਤੇ, ਜੇ ਉਹਨਾਂ ਦੇ ਹਾਂ ਦੇ ਨਾਅਰਿਆਂ ਨੂੰ ਸਤਿਕਾਰ ਦਿੱਤਾ ਜਾ ਸਕਦਾ ਹੈ, ਤੇ ਫਿਰ ਇਸ ਦੁਨੀਆ ਦੇ ਵਿੱਚ ਕੋਈ ਵੀ ਸਿੱਖ ਕੌਮ ਦੇ ਲਈ ਹਾਂ ਦਾ ਨਾਅਰਾ ਮਾਰੇਗਾ ਨਾ, ਸਿਰਫ ਉਸ ਗੱਲ ਵਾਸਤੇ ਸਤਿਕਾਰ ਦਿੱਤਾ ਜਾ ਸਕਦਾ ਹੈ। ਪਰ ਇਹ ਨਹੀਂ ਕਿ ਉਹਦਾ ਸਾਰਾ ਜੀਵਨ ਹੀ ਸਾਡੇ ਲਈ ਪ੍ਰੇਰਨਾ ਬਣ ਜਾਏ। ਤੇ ਜਿਹੜੇ ਉਹ ਸਾਰੇ ਜੀਵਨ ਤੋਂ ਹੀ ਪ੍ਰੇਰਨਾ ਲੈਣ ਲੱਗ ਪੈਣ, ਉਹ ਇਹ ਗੱਲ ਹੋਈ ਵੀ ਉਹ ਫਲੈਸ਼ ਲਾਈਟਾਂ ਤੋਂ ਹੁਣ ਵਿਟਾਮਿਨ ਡੀ ਵੀ ਐਕਸਪੈਕਟ ਕਰਦੇ ਪਏ ਨੇ, ਤੇ ਇਹ ਸੋਚਦੇ ਪਏ ਨੇ ਵੀ ਹੁਣ ਪੌਦਿਆਂ ਨੂੰ ਵੀ ਭੋਜਨ ਉੱਥੋਂ ਹੀ ਮਿਲੂਗਾ। ਨਹੀਂ, ਉਹਨਾਂ ਤੋਂ ਜਿੰਨਾ ਕੁ ਉਮੀਦ ਕਰਨੀ ਚਾਹੀਦੀ ਸੀ ਬਸ ਓਨੀ ਹੀ ਕਰੋ। ਪਦਾਰਥ ਦਾ ਬਸ ਇੰਨਾ ਕੁ ਪ੍ਰਭਾਵ ਹੈ ਵੀ ਸੈਲੀਬ੍ਰਿਟੀ ਲੋਕ ਹੁੰਦੇ ਨੇ ਨਾ, ਤੁਸੀਂ ਦੇਖੋ, ਇਹ ਨਹੀਂ ਵੀ ਉਵੇਂ ਦੀਆਂ ਗੱਲਾਂ ਕੋਈ ਹੋਰ ਨਹੀਂ ਸੀ ਕਰਦਾ ਜਾਂ ਕਰ ਨਹੀਂ ਸੀ ਸਕਦਾ, ਹੋਰ ਵੀ ਬੜੇ ਕਰਦੇ ਨੇ। ਖਾਲਸੇ ਰਾਜ ਦੀਆਂ ਗੱਲਾਂ ਹੋਰ ਵੀ ਬੜੇ ਕਰਦੇ ਨੇ। ਅਕਾਲ ਚੈਨਲ ਵਾਲੇ ਮੇਰੀ ਇੰਟਰਵਿਊ ਲੈਣ ਆਉਂਦੇ ਹੁੰਦੇ ਨੇ, ਕਿਉਂ ਐਵੇਂ ਦੇ ਲੋਕਾਂ ਨੂੰ ਹੀ ਏਜੰਸੀਆਂ ਵੱਲੋਂ ਮਰਵਾਇਆ ਜਾਂਦਾ ਹੈ, ਇਹ ਸਮਝਣਾ ਬੜਾ ਜ਼ਰੂਰੀ ਹੈ। ਖਾਲਸਾ ਜਿਹੜੇ ਅਕਾਲ ਚੈਨਲ ਵਾਲੇ ਇੰਟਰਵਿਊ ਲੈਣ ਆਉਂਦੇ ਹੁੰਦੇ ਨੇ, ਉੱਥੇ ਅਸੀਂ ਸਾਡੇ ਵਰਗੇ ਵੀ ਗੱਲ ਰੱਖਦੇ ਨੇ ਖਾਲਸੇ ਰਾਜ ਦੀ, ਆਪਦੇ ਰਾਜ ਦੀ, ਹਿੰਦੁਸਤਾਨ ਦੀ ਸਰਕਾਰਾਂ ਦੀਆਂ ਗੱਲਾਂ ਨੂੰ ਨਕਾਰਿਆ ਜਾਂਦਾ ਹੈ, ਤੇ ਨੰਗੇ ਢਿੱਡ ਬੋਲ ਕੇ ਕਹੀਦਾ ਵੀ ਖਾਲਸਾ ਰਾਜ ਤਾਂ ਚਾਹੀਦਾ, ਤੇ ਡੈਮੋਕ੍ਰੇਸੀ ਕਦੀ ਵੀ ਸਾਡਾ ਹੱਲ ਨਹੀਂ ਹੋ ਸਕਦਾ। ਇਹ ਯਾਦ ਰੱਖਿਓ ਸਾਧ ਸੰਗਤ, ਡੈਮੋਕ੍ਰੇਸੀ ਕਦੀ ਸਾਡਾ ਹੱਲ ਹੋ ਵੀ ਨਹੀਂ ਸਕਦਾ। ਕਿਉਂ? ਕਿਉਂਕਿ ਗੁਰਬਾਣੀ ਦਾ ਫਰਮਾਨ ਹੈ, ਹੈਨ ਵਿਰਲੇ ਨਾਹੀਂ ਘਣੇ ਫੈਲ ਫੱਕੜ ਸੰਸਾਰ। ਡੈਮੋਕ੍ਰੇਸੀ ਕੀ ਆ ਵੀ ਇੱਥੇ ਉਹਦੀ ਸੱਤਾ ਆਉਣੀ ਆ ਜਿਹਦੀ ਮੈਜੋਰਿਟੀ ਆ, ਤੇ ਭਲੇ ਪੁਰਸ਼ਾਂ ਦੀ ਮੈਜੋਰਿਟੀ ਕਦੀ ਵੀ ਨਹੀਂ ਆਉਣੀ, ਕਿਉਂਕਿ ਹੈਨ ਵਿਰਲੇ ਨਾਹੀਂ ਘਣੇ। ਇਸ ਦੇਸ਼ ਦੇ ਵਿੱਚ ਜਿੰਨੀ ਗਿਣਤੀ ਭਲੇ ਪੁਰਸ਼ਾਂ ਦੀ ਆ, ਉਹਦੇ ਤੋਂ ਕਿਤੇ ਗੁਣਾ ਵੱਧ ਕੇ ਇੱਥੇ ਭ੍ਰਿਸ਼ਟ ਬੰਦਿਆਂ ਦੀ ਹੈ। ਤੇ ਹੁਣ ਸਾਰਿਆਂ ਦੀਆਂ ਵੋਟਾਂ ਪਵਾ ਲਓ, ਤੇ ਜਿੰਨੀ ਵੋਟ ਦੀ ਵੈਲਿਊ ਇੱਕ ਭਲੇ ਪੁਰਸ਼ ਦੀ ਆ ਨਾ, ਉਨੀ ਵੈਲਿਊ ਹੀ ਇੱਕ ਭ੍ਰਿਸ਼ਟ ਬੰਦੇ ਦੀ ਵੀ ਹੈ। ਹੁਣ ਵੈਲਿਊ ਦੋਨਾਂ ਦੀ ਇੱਕੋ ਹੈ, ਪਰ ਦੇਖੋ ਮੈਜੋਰਿਟੀ ਕਿੰਨਾ ਦੀ ਜ਼ਿਆਦਾ ਹੈ।
ਤੇ ਕੀ ਕਦੀ ਸੱਚ ਦਾ ਰਾਜ ਆ ਜਾਊਗਾ ਡੈਮੋਕ੍ਰੇਸੀ ਨਾਲ? ਤਾਂ ਹੀ ਗੁਰੂ ਸਾਹਿਬ ਨੂੰ ਵੀ ਕਹਿਣਾ ਪੈ ਗਿਆ, ਸ਼ਸਤਰਨ ਕੇ ਅਧੀਨ ਹੈ ਰਾਜ। ਤੇ ਸਾਡੇ, ਮੈਂ ਤਾਂ ਜਦੋਂ ਵੀ ਇੰਟਰਵਿਊ ਕਰਦਾ ਮੈਂ ਸੋਚਦਾ ਹੁੰਦਾ ਵੀ ਕੱਲ੍ਹ ਨੂੰ ਪੁਲਿਸ ਆਈ ਸਾਡੇ ਘਰੇ, ਪਰ ਸਾਡੇ ਵਰਗਿਆਂ ਨਾਲ ਫਰਕ ਨਹੀਂ ਪੈਂਦਾ, ਕਿਉਂਕਿ ਸਾਡੇ ਵਰਗਿਆਂ ਦੀ ਰੀਚ ਨਹੀਂ ਕੋਈ ਹੈਗੀ। ਸਾਡੀ ਗੱਲ ਵੱਡੇ ਲੈਵਲ 'ਤੇ ਨਹੀਂ ਪਹੁੰਚ ਸਕਦੀ। ਏਜੰਸੀਆਂ ਨੂੰ ਉਹਨਾਂ ਤੋਂ ਖਤਰਾ ਹੈ, ਉਹ ਭਾਵੇਂ ਕੁਝ ਵੀ ਹੋਣ, ਜਿਨ੍ਹਾਂ ਦੀ ਗੱਲ ਬੜੇ ਵੱਡੇ ਲੈਵਲ 'ਤੇ ਪਹੁੰਚ ਜਾਂਦੀ ਹੈ ਅਤੇ ਵਰਲਡ ਲੈਵਲ 'ਤੇ ਪਹੁੰਚ ਜਾਂਦੀ ਹੈ, ਅਤੇ ਜਿਨ੍ਹਾਂ ਦੇ ਬਾਰੇ ਪਤਾ ਹੋਵੇ ਵੀ ਹੌਲੀ ਹੌਲੀ ਇਹ ਬਦਲ ਰਹੇ ਨੇ। ਅਤੇ ਜੇ ਉਹ ਲੋਕ ਬਦਲ ਕੇ ਇੱਧਰ ਵਾਲੇ ਪਾਸੇ ਆ ਗਏ ਨਾ, ਸੈਲੀਬ੍ਰਿਟੀ ਬੰਦਾ, ਤੁਸੀਂ ਦੇਖੋ ਜੇ ਗੁਰਮੁਖ ਬਣ ਗਿਆ, ਭਾਵੇਂ ਉਹ ਹਜੇ ਬਣੇ ਨਹੀਂ ਸੀ ਪੂਰੇ ਤੌਰ 'ਤੇ, ਤਾਂ ਕਰਕੇ ਮੈਂ ਕਹਿ ਰਿਹਾ ਕਿ ਉੱਥੋਂ ਪੂਰਨ ਪ੍ਰੇਰਨਾ ਨਹੀਂ ਲੈਣੀ ਵੀ ਹੁਣ ਸਭ ਕੁਛ ਹੀ ਮੈਂ ਉਹਦਾ ਕਾਪੀ ਕਰਾਂ। ਨਾ, ਕਾਪੀ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਕਰਨਾ, ਕਿਉਂਕਿ ਉਹਦੇ ਚੰਗੇ ਗੱਲ ਦਾ ਨਿਚੋੜ ਕੱਢ ਲਓ, ਮਾੜੀਆਂ ਛੱਡਣੀਆਂ ਵੀ ਪੈਣੀਆਂ ਉਹਦੀਆਂ। ਪਰ ਅਸੀਂ, ਸਾਡਾ ਸੁਭਾਅ ਬਣ ਗਿਆ ਨਾ ਜੀ, ਫਿਰ ਅਸੀਂ ਉਹਨੂੰ ਸੰਪੂਰਨ ਕਰਕੇ ਹੀ ਜਾਣਨ ਲੱਗ ਪੈਂਦੇ ਹਾਂ। ਤੋ ਕਹਿਣ ਤੋਂ ਭਾਵ ਕੀ ਹੈ ਵੀ ਪਦਾਰਥ ਦਾ ਵੀ ਇੱਕ ਬੜਾ ਵੱਡਾ ਪ੍ਰਤਾਪ ਹੈ। ਇਸੇ ਕਰਕੇ ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹ ਸਿੱਖਿਆ ਦਿੱਤੀ ਕਿ ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਹੇ ਸਿੱਖ, ਤੂੰ ਨਾਮ ਦੇ ਪ੍ਰਤਾਪ ਵਿੱਚ ਵੀ ਜੁੜ, ਉਸ ਪ੍ਰਤਾਪ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ, ਪਰ ਯਾਦ ਰੱਖੀ ਤੂੰ ਰਾਜ ਕਰੇਗਾ ਖਾਲਸੇ ਦਾ ਸਿਧਾਂਤ ਵੀ ਹਿਰਦੇ ਵਿੱਚ ਰੱਖੀ। ਜਿਸ ਸਿਧਾਂਤ ਨੂੰ ਬੰਦਾ ਸਿੰਘ ਬਹਾਦਰ ਨੇ ਵੀ ਆਪਣੇ ਜੀਵਨ 'ਤੇ ਕਮਾਇਆ, ਜਿਸ ਸਿਧਾਂਤ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਵੀ ਕਮਾਇਆ, ਔਰ ਜਿਸ ਸਿਧਾਂਤ 'ਤੇ ਪਹਿਰਾ ਸੰਤ ਬਾਬਾ ਜਰਨੈਲ ਸਿੰਘ ਵਰਗੇ ਯੋਧਿਆਂ ਨੇ ਵੀ ਦਿੱਤਾ, ਅਸੀਂ ਜਿੱਥੇ ਨਾਮ ਦੇ ਖੋਜੀ ਆ, ਉੱਥੇ ਅਸੀਂ ਪਦਾਰਥਾਂ ਖੁਣੋਂ ਵੀ ਅਧੂਰੇ ਨਹੀਂ ਰਹਿਣਾ। ਨੌਜਵਾਨਾਂ ਨੂੰ ਬੇਨਤੀ ਆ, ਤਰੱਕੀਆਂ ਕਰੋ, ਪੜ੍ਹਾਈਆਂ ਕਰੋ, ਔਰ ਕਰਦਿਆਂ ਨਾਲ ਵਾਹਿਗੁਰੂ ਜੀ ਦੇ ਨਾਮ ਵਿੱਚ ਜੁੜਨਾ ਹੈ। ਔਰ ਇਹ ਧਿਆਨ 'ਚ ਰੱਖਣਾ ਹੈ, ਪਦਾਰਥ ਸਭ ਕੁਛ ਨਹੀਂ ਹੈਗੇ, ਪਰਮਾਤਮਾ ਦਾ ਨਾਮ ਸਭ ਕੁਛ ਹੈ। ਅਤੇ ਪਰਮਾਤਮਾ ਦਾ ਨਾਮ ਜਪਦਿਆਂ ਨਾਲ ਅਸੀਂ ਪਦਾਰਥ ਵੀ ਕਮਾ ਲੈਣਾ। ਇਹ ਕੋਈ ਗੁਨਾਹ ਨਹੀਂ ਹੈਗਾ, ਅਤੇ ਗੁਰਬਾਣੀ ਦੇ ਵਿੱਚ ਇਹਨੂੰ ਕੋਈ ਗੁਨਾਹ ਦੱਸਿਆ ਵੀ ਨਹੀਂ ਹੈਗਾ। ਸਤ ਸੰਗਤ, ਆਹ ਨਿਚੋੜ ਅਸੀਂ ਸਮਝਣਾ ਸੀ। ਸਿੱਖ ਅਧੂਰਾ ਨਹੀਂ ਹੈ, ਸਿੱਖ ਜ਼ਿੰਮੇਵਾਰ ਵੀ ਹੈ, ਅਤੇ ਸਿੱਖ ਨਾਮ ਦਾ ਖੋਜੀ ਵੀ ਹੈ। ਕਿਉਂਕਿ ਜਿਹੜੀ ਗੱਲ ਨਾਮ ਦੀ ਬਣਨੀ, ਕਿਉਂਕਿ ਇੱਕ ਨਾਲ ਮੈਂ ਇਹ ਵੀ ਗੱਲ ਕਹਿ ਦਿਆਂ, ਕਈ ਵਾਰੀ ਫਿਰ ਅਸੀਂ ਨਾ ਪੱਗਾਂ ਦੇ ਸਿਧਾਂਤ ਵੀ ਨਾ ਫਿਰ ਹੋਰਾਂ ਤੋਂ ਲੈਣ ਲੱਗ ਪੈਂਦੇ ਹਾਂ। ਫਿਰ ਜਿਹੜੇ ਕੰਪੇਅਰ ਕਰਦੇ, ਮੈਂ ਸੋਚਦਾ ਹੁੰਦਾ ਵੀ ਪੱਗਾਂ ਦੇ ਦਸਤਾਰਾਂ ਦੇ ਸਿਧਾਂਤ ਦਾ ਪ੍ਰਚਾਰ ਇਹ ਤਾਂ ਫਿਰ ਸਾਹਿਬਜ਼ਾਦਿਆਂ ਤੋਂ ਹੀ ਹੋਏਗਾ, ਇਹ ਤਾਂ ਫਿਰ ਜਰਨੈਲ ਸਿੰਘ ਵਰਗੇ ਯੋਧਿਆਂ ਤੋਂ ਹੀ ਹੋਏਗਾ। ਪਰ ਜਿਨ੍ਹਾਂ ਨੇ ਪੱਗਾਂ ਬੰਨ੍ਹ ਕੇ ਨੱਚਣਾ, ਕੇਵਲ ਪੱਗ ਬੰਨ੍ਹ ਲੈਣਾ ਸਭ ਕੁਛ ਨਹੀਂ, ਪੱਗ ਬੰਨ੍ਹ ਕੇ ਸਾਡਾ ਕਿਰਦਾਰ ਕਿਹੋ ਜਿਹਾ ਜਾਂਦਾ ਪਿਆ ਦੂਜਿਆਂ ਅੱਗੇ, ਇਹ ਵੱਧ ਇੰਪੋਰਟੈਂਸ ਰੱਖਦਾ। ਪੱਗ ਤਾਂ ਹੋਰ ਵੀ ਬੜੇ ਬੰਨ੍ਹਦੇ ਸੀ, ਪਰ ਪੱਗਾਂ ਬੰਨ੍ਹ ਕੇ ਦਸਤਾਰਾਂ ਸਜਾ ਕੇ ਸਾਡੀ ਛਵੀ ਕੀ ਜਾਂਦੀ ਪਈ ਹੈ, ਸਾਡਾ ਕਿਰਦਾਰ ਦੁਨੀਆ ਅੱਗੇ ਕੀ ਜਾਂਦਾ ਪਿਆ, ਇਹ ਵੱਧ ਇੰਪੋਰਟੈਂਸ ਰੱਖਦਾ ਹੈ। ਔਰ ਸਹੀ ਪ੍ਰਚਾਰ ਦਸਤਾਰਾਂ ਦਾ ਹੋ ਵੀ ਉੱਥੋਂ ਹੀ ਸਕਦਾ ਹੈ। ਤਾਂ ਹੀ ਮੈਂ ਗੱਲ ਦੁਹਰਾ ਦੇਵਾਂ, ਜਿਹੜਾ ਪ੍ਰਚਾਰ, ਜਿਹੜਾ ਸਿਧਾਂਤ ਦਸਤਾਰਾਂ ਦਾ ਸਾਹਿਬਜ਼ਾਦਿਆਂ ਤੋਂ ਹੋ ਜਾਣਾ ਹੈ, ਬੰਦਾ ਸਿੰਘ ਬਹਾਦਰ ਵਰਗੇ ਸੂਰਮਿਆਂ ਤੋਂ ਹੋ ਜਾਣਾ ਹੈ, ਉਹ ਕਿਸੇ ਗਾਇਕ ਤੋਂ ਨਹੀਂ ਹੋ ਸਕਦਾ। ਕਿਉਂਕਿ ਜੇ ਪੱਗ ਬੰਨ੍ਹਣ ਦੀ ਸਿੱਖਿਆ ਮਿਲਦੀ ਆ, ਫਿਰ ਪੱਗਾਂ ਬੰਨ੍ਹਣ ਵਾਲਿਆਂ ਨੂੰ ਨੱਚਣਾ ਟੱਪਣ ਦੀ ਪ੍ਰੇਰਨਾ ਵੀ ਮਿਲ ਹੀ ਜਾਂਦੀਆਂ ਫਿਰ। ਪਰ ਨਹੀਂ, ਅਸੀਂ ਸਿੱਖਿਆ ਗੁਰੂ ਗ੍ਰੰਥ ਸਾਹਿਬ ਤੋਂ ਲੈਣੀ ਆ। ਬੰਦੇ ਦੇ ਬੰਦੇ ਨਹੀਂ ਬਣਨਾ, ਗੁਰੂ ਗ੍ਰੰਥ ਸਾਹਿਬ ਦੇ ਬੰਦੇ ਬਣਨਾ ਅਸੀਂ। ਆਖਰੀ ਬੇਨਤੀ ਕਰਕੇ ਫਿਰ ਮੈਂ ਸਮਾਪਤੀ ਕਰਨਾ 4-5 ਮਿੰਟਾਂ ਦੇ ਵਿੱਚ। ਪਦਾਰਥ ਦਾ ਪ੍ਰਤਾਪ ਦੇ ਨਾਲ ਨਾਲ ਨਾਮ ਦਾ ਪ੍ਰਤਾਪ ਸਭ ਤੋਂ ਵੱਡਾ ਹੈ। ਹੁਣ ਇੱਥੇ ਜੁਗਤ ਕੀ ਹੈ? ਪਦਾਰਥ ਦੇ ਨਾਲ ਨਾਲ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਨ ਦੀ ਜੁਗਤ ਕੀ ਹੈ? ਇਹਨੂੰ ਗੁਰਬਾਣੀ ਦੇ ਵਿੱਚ ਇਉਂ ਦੱਸਿਆ ਗਿਆ ਹੈ, ਆਨੀ ਲੈ ਕਾਗਦ, ਕਾਟੀ ਲੈ ਗੂਡੀ, ਆਕਾਸ਼ ਮੱਧੇ ਭਰਮੀ ਅਲੇ, ਪੰਚ ਜਨਾ ਸਿਉ ਬਾਤ ਬਤਊਆ, ਚੀਤ ਸੋ ਡੋਰੀ ਰਾਖੀ ਅਲੇ। ਆਨੀ ਲੈ ਕੁੰਭ, ਭਰਾਈ ਲੈ ਉਦਕ, ਰਾਜ ਕੁਆਰ ਪੁਰੰਦਰੀਏ, ਹਸਤ ਵਿਨੋਦ ਵਿचार करती है, चीत सो गागर राखी अले। मंदर एक द्वार 10 जाके, गऊ चरावण छाडी अले, 5 कोस पर गऊ चरावत, चीत सो बछरा राखी अले। कहत नाम देव सुनो तलोचन, बालक पालन पौडी अले, अंतर बाहर काज विरोधी, चीत सो बारक राखी अले। उदाहरणा बड़ियां दित्तियां भगत नामदेव जी ने, पर मैं मॉडर्न इन्हां ही उदाहरणा दा निचोड़ कढ के मॉडर्न ढंग की एक उदाहरण तुहाडे सामने रख के फिर फतेह बुलावां। नाम किवें जपना असीं किरत करदे हां। जिवें भगत नामदेव जी ने पतंग उडाउण दी उदाहरण लई कि बच्चा पतंग उडाउंदा है पर नाल साथियां नाल गल्लां करदा है, पर फिर भी पतंग उहदे तो सोहणी उड्डदी है, क्योंकि भावें वो गल्लां करदा है, उहदी सुरत पतंग विच है।
ਇੱਕ ਮਾਂ ਰਸੋਈ ਵਿੱਚ ਕੰਮ ਕਰਦੀ ਹੋਵੇ ਪਰ ਉਹਦੀ ਸੁਰਤ ਆਪਣੇ ਬੱਚੇ 'ਚ ਹੀ ਰਵੇਗੀ। ਇੱਕ ਗਾਂ ਦੂਰ ਘਾਹ ਚਰਨ ਚਲੀ ਜਾਵੇ, ਉਹਦੀ ਸੁਰਤ ਆਪਣੇ ਬਛੜੇ 'ਚ ਹੀ ਰਹਿਣੀ ਆ। ਔਰ ਆਪਾਂ ਅੱਜ ਦੀ ਉਦਾਹਰਨ ਲੈ ਲਈਏ, ਕਈ ਵਾਰੀ ਅਸੀਂ ਗੱਡੀ ਚਲਾਉਂਦੇ ਆ ਤੇ ਗੱਡੀ ਚਲਾਉਂਦਿਆਂ ਵੀ ਕਈ ਵਾਰੀ ਆਪਸ 'ਚ ਗੱਲਾਂ ਕਰੀਦੀਆਂ, ਸ਼ਬਦ ਲਾ ਲਈਦੇ ਆ, ਤੇ ਫਿਰ ਵੀ ਸਾਡੇ ਤੋਂ ਗੱਡੀ ਕੋਈ ਗਲਤ ਥੋੜ੍ਹੇ ਚੱਲਦੀ। ਗੱਲਾਂ ਕਰਦੇ ਕਰਦੇ ਵੀ ਕਈ ਕਿੱਥੋਂ ਕਿੱਥੋਂ ਤੱਕ ਜਾ ਆਉਂਦੇ ਆ। ਉਹ ਗੱਲ ਕੀ ਹੈ ਵੀ ਪ੍ਰੈਕਟਿਸ ਇੰਨੀ ਹੋ ਗਈ ਗੱਡੀ ਚਲਾਉਣ ਦੀ ਕਿ ਜ਼ਬਾਨ ਤੋਂ ਭਾਵੇਂ ਗੱਲਾਂ ਕਰਦੇ ਪਏ ਨੇ ਪਰ ਸੁਰਤ ਵਿੱਚ ਗੇਅਰ ਤੇ ਉਹ ਐਕਸਲਰੇਟਰ ਹੀ ਚੱਲਦਾ ਪਿਆ, ਬਸ ਸੁਰਤ ਕਿੱਥੇ ਟਿਕੀ ਹੈ। ਇਸੇ ਤਰ੍ਹਾਂ ਅਸੀਂ ਅਭਿਆਸ, ਪਹਿਲਾ ਕੰਮ ਅਭਿਆਸ ਕਰਨਾ ਹੈ। ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਸਿਮਰਨ ਦਾ ਅਭਿਆਸ ਕਰਨਾ ਹੈ। ਕਈ ਇਹ ਵੀ ਤਬਕੇ ਉੱਠ ਪੈਂਦੇ ਵੀ ਗੁਨਾਹ ਨੂੰ ਧਾਰਨ ਕਰਨਾ, ਸੁਰਤ ਕਰਕੇ ਜੁੜਨਾ ਹੈ। ਜ਼ੁਬਾਨ ਕਰਕੇ ਵਾਹਿਗੁਰੂ ਵਾਹਿਗੁਰੂ ਜਪਣ ਨੂੰ ਉੱਕਾ ਹੀ ਨਕਾਰ ਦਿੱਤਾ ਜਾਂਦਾ ਹੈ। ਮੈਂ ਕਈ ਵਾਰੀ ਵੇਖਦਾ ਸਾਡੇ ਵੱਡੇ ਵੱਡੇ ਵੀਰ ਵੀ ਨਕਾਰ ਦਿੰਦੇ ਆ, ਪਰ ਮੈਂ ਅਕਸਰ ਉਹਨਾਂ ਅੱਗੇ ਨਾ ਇੱਕ ਗੁਰਬਾਣੀ ਦਾ ਬਚਨ ਰੱਖਦਾ ਹੁੰਦਾ ਵੀ ਇਹਦੀ ਵਿਆਖਿਆ ਕਰ ਦਿਓ ਭਾਈ। ਗੁਰਬਾਣੀ ਦਾ ਇੱਕ ਬਚਨ ਹੈ, ਮਨ ਬਚ ਕਰਮ ਅਰਾਧੇ ਹਰ ਹਰ ਸਾਧ ਸੰਗ ਸੁਖ ਪਾਇਆ। ਆ ਤਿੰਨ ਅਵਸਥਾ ਨੇ ਜਪਣ ਦੀਆਂ। ਮਨ ਕਰਕੇ, ਬਚਨਾ ਕਰਕੇ, ਜ਼ੁਬਾਨ ਕਰਕੇ, ਕਿਉਂਕਿ ਜ਼ੁਬਾਨ ਕਰਕੇ ਨਕਾਰਿਆ ਨਹੀਂ ਗਿਆ। ਹੁਣ ਜਦੋਂ ਕਹਿੰਦੇ ਉਚਰੋ ਰਾਮ ਨਾਮ ਲੱਖ ਵਾਰੀ, ਹੁਣ ਉਚਰੋ ਦਾ ਮਤਲਬ ਤਾਂ ਕੀ ਹੋਇਆ? ਪ੍ਰਨਾਊਂਸ ਕਰਨਾ ਹੀ ਨਾ, ਉਚਾਰਨ ਕਰਨਾ, ਜ਼ੁਬਾਨ ਤੋਂ ਪ੍ਰਨਾਊਂਸ ਕਰਨਾ। ਉੱਥੇ ਵਾਰ-ਵਾਰ ਪ੍ਰਨਾਊਂਸ ਕਰਨ ਲਈ ਕਿਹਾ ਗਿਆ ਹੈ। ਮਹਾਰਾਜ ਕਹਿੰਦੇ ਮਨ ਕਰਕੇ, ਬਚਨਾ ਕਰਕੇ ਤੇ ਕਰਮਾਂ ਕਰਕੇ, ਇਹ ਤਿੰਨ ਢੰਗ ਦੇ ਨਾਲ ਅਸੀਂ ਸਿਮਰਨ ਕਰਨਾ ਹੈ। ਸਭ ਤੋਂ ਪਹਿਲਾਂ ਮਨੁੱਖ ਰਸਨਾ ਤੋਂ ਸ਼ੁਰੂ ਕਰੇਗਾ। ਜ਼ੁਬਾਨ ਕਰਕੇ ਵਾਹਿਗੁਰੂ ਵਾਹਿਗੁਰੂ ਜਪ, ਤੇ ਜਪਦਿਆਂ ਫਿਰ ਮਨ ਨੂੰ ਜੋੜਨ ਦਾ ਯਤਨ ਕਰ। ਜਿਹੜੇ ਕੇਵਲ ਜਪਾਨ ਤੋਂ ਹੀ ਜਪਨ ਨੂੰ ਸਭ ਕੁਝ ਸਮਝ ਲੈਂਦੇ ਨੇ, ਉਹਨਾਂ ਨੂੰ ਇਹ ਸਮਝਣ ਦੀ ਲੋੜ ਹੈ ਵੀ ਸਾਰੀ ਜ਼ਿੰਦਗੀ ਜ਼ੁਬਾਨ ਕਰਕੇ ਜਪਦਾ ਰਹਿ ਗਿਆ ਪਰ ਸਿਮਰਨ ਮਨ ਦੇ ਵਿੱਚ ਤੇ ਕਰਮਾਂ ਵਿੱਚ ਨਹੀਂ ਉਤਰਿਆ, ਤੇ ਫਿਰ ਤੇਰਾ ਜਪਣਾ ਵੀ ਨਿਰਅਰਥ ਹੋ ਜਾਂਦਾ ਹੈ। ਜ਼ੁਬਾਨ ਕਰਕੇ ਜਪ, ਨਾਲ ਮਨ ਵੀ ਜੋੜ, ਤੇ ਜੋ ਕੁਝ ਜਪਦਾ ਪਿਆ ਹੈ ਫਿਰ ਉਹਨਾਂ ਗੁਣਾਂ ਨੂੰ ਜੀਵਨ 'ਤੇ ਵੀ ਧਾਰਨ ਕਰ। ਜਿਸ ਨਿਰਭਉ ਨੂੰ ਜਪਦਾ ਪਿਆ ਹੈ ਉਹ ਨਿਰਭਉ ਵਾਲਾ ਗੁਣ ਤੇਰੇ ਜੀਵਨ 'ਚ ਵੀ ਹੋਵੇ। ਜਿਸ ਰਿਸਪੌਂਸੀਬਲ ਸ਼ਖਸੀਅਤ ਨੂੰ ਜਪਦਾ ਪਿਆ ਹੈ ਉਹ ਰਿਸਪੌਂਸੀਬਿਲਟੀ ਤੇਰੇ ਜੀਵਨ ਵਿੱਚ ਵੀ ਆਵੇ। ਜਿਸ ਨਿਰਵੈਰ ਨੂੰ ਜਪਦਾ ਪਿਆ ਹੈ ਤੇਰੇ ਕਰਮਾਂ ਵਿੱਚੋਂ ਨਿਰਵੈਰਤਾ ਦਿਖਣੀ ਚਾਹੀਦੀ ਆ। ਤੋ ਇੰਜ ਕਹਿ ਲਓ, ਅੰਮ੍ਰਿਤ ਵੇਲੇ ਉੱਠ ਕੇ ਜਾਂ ਚੱਤੀ ਵਕਤ ਵਾਹਿਗੁਰੂ ਵਾਹਿਗੁਰੂ ਜ਼ਬਾਨ ਤੋਂ ਕਹਿੰਦੇ ਰਹਿਣਾ, ਇਹਨੂੰ ਕਹਿੰਦੇ ਬਚਨਾ ਕਰਕੇ ਜਪਣਾ। ਤੇ ਫਿਰ ਮਨ ਕਰਕੇ ਉਸ ਸ਼ਬਦ ਵਿੱਚ ਕੰਸਨਟਰੇਟ ਕਰਨਾ, ਇਹਨੂੰ ਕਹਿੰਦੇ ਮਨ ਕਰਕੇ ਜਪਣਾ। ਤੇ ਜਦੋਂ ਕਰਨੀ ਦੇ ਵਿੱਚ ਬੰਦਾ ਨਿਰਭਉ ਹੋ ਗਿਆ, ਨਿਰਵੈਰ ਹੋ ਗਿਆ, ਉਹ ਸਮਝੋ ਕਰਨੀ ਕਰਕੇ ਜਪਦਾ ਪਿਆ। ਉਹ ਇਹਨਾਂ ਤਿੰਨ ਢੰਗਾਂ ਦੇ ਨਾਲ ਜਪਣਾ ਅਸੀਂ। ਆਰੰਭ ਬਚਨਾਂ ਤੋਂ ਹੋਏਗਾ। ਇਸ ਕਰਕੇ ਯਤਨ ਕਰਿਆ ਕਰੀਏ ਸਾਧ ਸੰਗਤ। ਕਈ ਗੁਰਮੁਖ ਸੱਜਣੇ ਕੋਸ਼ਿਸ਼ਾਂ ਕਰਦੇ ਆ, ਅੰਮ੍ਰਿਤ ਵੇਲੇ ਨਿਤਨੇਮ ਕਰਨਾ ਹੈ, ਜਪਣਾ ਹੈ, ਸੰਧਿਆ ਵੇਲੇ ਸੌਣ ਤੋਂ ਪਹਿਲਾਂ ਤਾਂ ਕਰਦੇ ਹੀ ਆ, ਪਰ ਜਦੋਂ ਅਸੀਂ ਕਿਰਤ ਕਰਦੇ ਹਾਂ ਨਾ, ਕਿਉਂਕਿ ਇੰਨੀ ਛੇਤੀ ਇਹ ਪ੍ਰੈਕਟਿਸ ਨਹੀਂ ਬਣਨੀ ਕਿ ਤੁਸੀਂ ਕੱਪੜੇ ਵੇਚਦੇ ਪਏ ਹੋ ਤੇ ਸੁਰਤ ਵਾਹਿਗੁਰੂ 'ਚ ਜੁੜੀ, ਇੰਨੀ ਛੇਤੀ ਇਹ ਖੇਡ ਨਹੀਂ ਬਣਨੀ। ਇਸ ਕਰਕੇ ਪਹਿਲਾਂ ਇੱਕ ਪ੍ਰੈਕਟਿਸ ਬਣਾਉਣੀ ਪਊਗੀ ਤੁਹਾਨੂੰ। ਯਤਨ ਕਰੋ। ਕੋਈ ਦੁਕਾਨ ਦਾ ਕੰਮ ਕਰਦਾ, ਭਾਈ ਵੀਰ ਸਿੰਘ ਕਹਿੰਦੇ ਹੁੰਦੇ ਅਕਸਰ, ਕਹਿੰਦੇ ਭਲਿਆ ਤੂੰ ਦੁਕਾਨ ਦਾ ਕੰਮ ਕਰਦਾ ਹੈ, ਗ੍ਰਾਹਕ ਆਇਆ ਕੱਪੜੇ ਵੇਚ, ਤੇ ਜਦੋਂ ਇੱਕ ਗ੍ਰਾਹਕ ਦੇ ਜਾਣ ਤੋਂ ਬਾਅਦ ਦੂਜੇ ਕਸਟਮਰ ਨੇ ਆਉਣਾ ਹੈ, ਤੈਨੂੰ ਕੋਈ 4-5 ਮਿੰਟ ਮਿਲ ਜਾਂਦੇ ਹੋਣਗੇ ਨਾ, ਉਦੋਂ ਬੈਠ ਕੇ ਜਪ ਲੈ। ਤੇ ਬੰਦਾ ਯਤਨ ਕਰ ਲੈ। ਮੈਂ ਨਾ ਇਹ ਪ੍ਰੈਕਟਿਸ ਹੀ ਬਣਾ ਲਓ। ਤੁਸੀਂ ਕੋਈ ਵੀ ਕਿਰਤ ਕਰਦੇ ਹੋ ਨਾ, ਹਰ 15-20 ਮਿੰਟ ਬਾਅਦ ਇੱਕ ਵਾਰੀ ਮੂਲ ਮੰਤਰ ਜਪਣ ਦਾ ਯਤਨ ਕਰਿਆ ਕਰੋ। ਹਰ 15-20 ਮਿੰਟ ਬਾਅਦ ਸ਼ੁਰੂਆਤ ਦੇ ਵਿੱਚ ਕੋਸ਼ਿਸ਼ ਕਰਿਆ ਕਰੋ ਕਿ ਮੈਂ 15-20 ਮਿੰਟ ਦੇ ਬਾਅਦ, ਕਈ ਗੁਰਮੁਖ ਜਨਾਂ ਨੂੰ ਮੈਂ ਵੇਖਿਆ ਉਹ ਅਲਾਰਮ ਲਾ ਲੈਂਦੇ ਆ ਜੀ, ਕਿਉਂਕਿ ਹਜੇ ਪ੍ਰੈਕਟਿਸ ਨਹੀਂ ਨਾ ਬਣੀ। ਬਾਅਦ 'ਚ ਸ਼ਾਮ ਨੂੰ ਯਾਦ ਆਉਂਦਾ, ਸੱਚ ਮੈਂ ਤਾਂ 15 ਮਿੰਟ ਬਾਅਦ ਜਪਣਾ ਸੀ ਓਏ। ਤੋ ਕਈ ਵਾਰੀ ਉਹ ਅਲਾਰਮ, ਕਈ ਗੁਰਮੁਖ ਅਲਾਰਮ ਲਾ ਲੈਂਦੇ, 15 ਮਿੰਟ ਬਾਅਦ ਸਾਇਲੈਂਟ ਅਲਾਰਮ ਵੱਜਿਆ, ਮੂਲ ਮੰਤਰ ਪੜ੍ਹਿਆ। ਇੰਜ ਪ੍ਰੈਕਟਿਸ ਕਰਦਿਆਂ ਫਿਰ ਖੇਡ ਬਣੇਗੀ, ਸੁਰਤ ਵੀ ਇਕਾਗਰ ਹੋ ਜਾਏਗੀ, ਤੇ ਹੌਲੀ ਹੌਲੀ ਫਿਰ ਉਹ ਗੁਣ ਜਿਹੜੇ ਨੇ ਜੀਵਨ ਵਿੱਚ ਵੀ ਉਤਰਨ ਲੱਗ ਪੈਂਦੇ ਨੇ। ਸਤਿਗੁਰੂ ਜੀ ਰਹਿਮਤ ਕਰਨ, ਅਸੀਂ ਵੀ ਕਿਰਤ ਕਰਦੇ ਹਾਂ, ਸਿਮਰਨ ਵਿੱਚ ਜੁੜੀਏ ਤੇ ਵੱਡੇ ਮਕਸਦ ਲੈ ਕੇ ਚੱਲੀਏ। ਰਾਜ ਕਰੇਗਾ ਖਾਲਸਾ ਵਾਲੇ ਮਕਸਦ ਲੈ ਕੇ ਚੱਲੀਏ, ਕਿਉਂਕਿ ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਸਤਿਗੁਰੂ ਰਹਿਮਤ ਕਰਨ। ਬੰਦਾ ਸਿੰਘ ਬਹਾਦਰ ਨੂੰ ਯਾਦ ਕਰਦੇ ਹਾਂ, ਉਸ ਕਰਨੀ ਤੇ ਵੀ ਪੂਰੇ ਉਤਰੀਏ। ਹੋਈਆਂ ਬੇਅੰਤ ਭੁੱਲਾਂ ਸਤਿਗੁਰੂ ਜੀ ਬਖਸ਼ ਲੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਰਾਮ ਕਲੀ ਮਹੱਲਾ ਤੀਜਾ।